ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਫੀ ਚਾਹੁੰਦੇ ਹਾਂ ਕਿ ਜਿਹੜਾ ਪਹਿਲਾਂ ਆਪਾਂ ਪ੍ਰੋਗਰਾਮ ਲਾਈਵ ਕੀਤਾ ਸੀਗਾ ਅਤੇ ਉਹਦੇ ਵਿੱਚ ਜਿਹੜੇ ਕੁਝ ਕਾਰਨਾਂ ਕਰਕੇ ਜਿਹੜੀ ਆਪਣੀ ਆਵਾਜ਼ ਹੈ ਜਿਹੜੀ ਨਹੀਂ ਆ ਰਹੀ ਸੀਗੀ। ਸੋ ਇਸ ਕਰਕੇ ਆਪਾਂ ਨੂੰ ਜਿਹੜੀ ਉਹ ਵੀਡੀਓ ਡਿਲੀਟ ਕਰਨੀ ਪਈ ਅਤੇ ਦੁਬਾਰਾ ਜਿਹੜੇ ਲਾਈਵ ਆਏ ਆ। ਸੋ ਬੇਨਤੀ ਆ ਤੁਹਾਨੂੰ ਕਿ ਇੱਕ ਤਾਂ ਜਿਹੜੇ ਕੋਈ ਵੀਰ ਆਪਣੇ ਜੇ ਸੁਣ ਰਹੇ ਆ ਤਾਂ ਆਵਾਜ਼ ਦੇ ਬਾਰੇ ਉਹ ਜ਼ਰੂਰ ਦੱਸ ਦੇਣ ਕਿ ਹੁਣ ਆਵਾਜ਼ ਹੈ ਜਿਹੜੀ ਆਪਣੀ ਠੀਕ ਆ ਰਹੀ ਆ। ਅਤੇ ਦੂਸਰਾ ਜਿਹੜਾ ਹੈਗਾ ਕਿ ਇਹ ਵੀਡੀਓ ਜਿਹੜੀ ਹੈਗੀ ਆ ਦੁਬਾਰਾ ਜਿਹੜੀ ਤੁਸੀਂ ਜ਼ਰੂਰ ਸ਼ੇਅਰ ਕਰੋ ਤਾਂ ਜੋ ਜਿਹੜੀ ਇਹ ਸਾਰਿਆਂ ਤੱਕ ਜਿਹੜੀ ਆਪਣੀ ਗੱਲਬਾਤ ਜਿਹੜੀ ਪਹੁੰਚ ਸਕੇ। ਸੋ ਗੱਲਬਾਤ ਆਪਾਂ ਜਾਰੀ ਰੱਖਾਂਗੇ। ਮੈਂ ਵੀ ਵੀਡੀਓ ਜਿਹੜੀ ਹੈਗੀ ਆ ਦੁਬਾਰਾ ਇੱਕ ਵਾਰੀ ਸ਼ੇਅਰ ਕਰਦਾ ਕਿਉਂਕਿ ਪਹਿਲਾਂ ਆਪਣੀ ਆਵਾਜ਼ ਨਾ ਆਉਣ ਦਾ ਕਰਕੇ ਜਿਹੜੀ ਸੋ ਜ਼ਰੂਰ ਇੱਕ ਦੋ ਮਿੰਟਾਂ ਦੇ ਵਿੱਚ ਜਿਹੜੀ ਆਪਣੀ ਆਪਾਂ ਜਿਹੜੀ ਹੈਗੀ ਅੱਗੇ ਗੱਲਬਾਤ ਜਿਹੜੀ ਜਾਰੀ ਰੱਖਾਂਗੇ। ਸੋ ਇਹ ਵੀਡੀਓ ਜਿਹੜੀ ਹੈਗੀ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ। ਸੋ ਆਪਾਂ ਜਿਹੜੀ ਇਹ ਤਾਂ ਗੱਲਬਾਤ ਹੈ ਜਿਹੜੀ ਆਪਾਂ ਇਸ ਨੂੰ ਜਿਹੜਾ ਜਾਰੀ ਰੱਖਾਂਗੇ। ਸੋ ਮਾਫੀ ਵੀ ਚਾਹੁੰਦੇ ਹਾਂ ਉਸ ਦੇ ਲਈ ਕਿ ਜਿਹੜੀ ਪਹਿਲਾਂ ਆਪਾਂ ਕੀਤੀ ਸੀਗੀ ਉਹਦੀ ਜਿਹੜੀ ਆਵਾਜ਼ ਨਾ ਆਉਣ ਦਾ ਕਰਕੇ ਆਪਾਂ ਨੂੰ ਜਿਹੜੀ ਉਹ ਵੀਡੀਓ ਬੰਦ ਕਰਨੀ ਪਈ। ਸੋ ਹੁਣ ਜਿਹੜੀ ਹੈਗੀ ਆ ਹੁਣ ਜਿਹੜੀ ਆਵਾਜ਼ ਹੈ ਜਿਹੜੀ ਉਹ ਆ ਰਹੀ ਆ ਅਤੇ ਆਪਾਂ ਗੱਲਬਾਤ ਕਰਦੇ ਹਾਂ ਦੁਬਾਰਾ ਸਾਰੀ ਇਹਨਾਂ ਵਿਸ਼ਿਆਂ ਦੇ ਉੱਪਰ ਤੁਹਾਡੇ ਨਾਲ ਜਿਹੜੀ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਕਿ ਜਿਵੇਂ ਜਿਹੜਾ ਟਾਈਟਲ ਵੀ ਲਿਖਿਆ ਹੋਇਆ ਹੈਗਾ ਕਿ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਾਂ ਜਿਹੜੇ ਹੈਗੇ ਆ ਉੱਥੇ ਜੋ ਵੀ ਇਹਨਾਂ ਲੀਡਰਾਂ ਨੂੰ ਸਵਾਲ ਕਰਦਾ ਉਹਨਾਂ ਨੂੰ ਜਿਹੜਾ ਕਿਸ ਤਰੀਕੇ ਨਾਲ ਜਿਹੜਾ ਪਾਸੇ ਕੀਤਾ ਜਾ ਰਿਹਾ ਅਤੇ ਕੀ ਉੱਥੇ ਸਾਰਾ ਕੁਝ ਵਾਪਰ ਰਿਹਾ ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਸੋ ਬੇਨਤੀ ਆ ਕਿ ਜ਼ਰੂਰ ਜਿਹੜੀ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਇੱਕ ਵਾਰੀ ਤਾਂ ਜੋ ਆਪਾਂ ਜਿਹੜੀ ਗੱਲਬਾਤ ਆ ਜਿਹੜੀ ਅੱਗੇ ਜਾਰੀ ਕਰਦੇ ਹਾਂ। ਬਸ 1-2 ਮਿੰਟ ਦੇ ਵਿੱਚ ਆਪਾਂ ਜਿਹੜੀ ਅੱਗੇ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਪਹਿਲਾਂ ਜਿਹੜੀ ਆਪਣੀ ਜਿਹੜੀ ਵੀਡੀਓ ਸੀਗੀ ਉਹ ਆਪਾਂ ਨੂੰ ਡਿਲੀਟ ਕਰਨੀ ਪਈ ਕਿਉਂਕਿ ਉਹ 'ਚ ਆਵਾਜ਼ ਨਹੀਂ ਆ ਰਹੀ ਸੀਗੀ। ਸੋ ਹੁਣ ਆਪਾਂ ਜਿਹੜੀ ਇਹ ਗੱਲਬਾਤ ਹੈ ਜਿਹੜੀ ਤੁਹਾਡੇ ਨਾਲ ਜਿਹੜੀ ਦੁਬਾਰਾ ਤੋਂ ਲੈ ਕੇ ਫਿਰ ਹਾਜ਼ਰ ਹੋਏ ਹਾਂ। ਆਪਾਂ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਇਸ ਦੇ ਬਾਰੇ ਜਿਹੜੀ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ ਤੁਹਾਨੂੰ ਦੱਸਦੇ ਹਾਂ ਕਿ ਕੀ ਉੱਥੇ ਜਿਹੜਾ ਹੋ ਰਿਹਾ ਉਸ ਦੇ ਬਾਰੇ ਜਿਹੜੀ ਗੱਲਬਾਤ ਆਪਾਂ ਕਰਦੇ ਹਾਂ। ਸੋ ਜਿਵੇਂ ਕਿ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਇਹੀ ਜਿਹੜੀ ਮੇਨ ਗੱਲ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਜੋ ਉੱਥੇ ਜਿਹੜਾ ਮੋਰਚਾ ਜਿਹੜਾ ਚੱਲ ਰਿਹਾ ਉਸ ਦੇ ਸੰਬੰਧ ਵਿੱਚ ਆਪਾਂ ਸਾਰੇ ਚਾਹੁੰਦੇ ਹਾਂ ਕਿ ਜਿਹੜਾ ਉਹ ਮੋਰਚਾ ਜਿਹੜਾ ਸਕਸੈਸਫੁਲ ਹੋਵੇ। ਉਸ ਦੇ ਲਈ ਜਿਹੜੇ ਆਪਾਂ ਵਿਚਾਰ ਕਰਦੇ ਹਾਂ ਉੱਥੇ ਕੀ ਚੰਗਾ ਹੋ ਰਿਹਾ ਕੀ ਮਾੜਾ ਹੋ ਰਿਹਾ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਸ ਦੇ ਬਾਰੇ ਜਿਹੜੀ ਆਪਾਂ ਜਿੱਥੇ ਕੋਈ ਗਲਤੀ ਹੋ ਰਹੀ ਆਪਾਂ ਉਸ ਦੇ ਬਾਰੇ ਗੱਲ ਕਰੀਏ ਜਾਂ ਜਿਹੜਾ ਕੋਈ ਲੀਡਰ ਜਿਹੜਾ ਹੈਗਾ ਉਹਨਾਂ ਦਾ ਜਿਹੜੇ ਉੱਥੇ ਕੀ ਰਵੱਈਆ ਜਿਹੜਾ ਉਹਨਾਂ ਦੇ ਬਾਰੇ ਗੱਲਬਾਤ ਕਰੀਏ। ਪਰ ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜਿੱਦਾਂ ਇੱਕ ਬੀਜੇਪੀ ਦੇ ਲਈ ਜਿਹੜਾ ਹੈਗਾ ਇੱਕ ਸਿਰਫ ਅਤੇ ਸਿਰਫ ਜਿਹੜੀ ਉਹਨਾਂ ਦੀ ਪਾਰਟੀ ਜਾਂ ਨਰਿੰਦਰ ਮੋਦੀ ਉਹ ਜਿਹੜਾ ਹੈਗਾ ਉਹਨਾਂ ਦੇ ਲਈ ਉਹ ਰਾਸ਼ਟਰਵਾਦ ਆ। ਜੋ ਵੀ ਬੀਜੇਪੀ ਦੇ ਖਿਲਾਫ ਜਾਂ ਉਹਨਾਂ ਦੀ ਪਾਰਟੀ ਦੇ ਖਿਲਾਫ ਜਾਂ ਮੋਦੀ ਦੇ ਖਿਲਾਫ ਬੋਲਦਾ ਉਹਨਾਂ ਨੂੰ ਜਿਹੜਾ ਉਹ ਗਦਾਰ ਦਾ ਦੇਸ਼ ਧਰੋਹੀ ਦਾ ਜਿਹੜੇ ਉਹ ਸਰਟੀਫਿਕੇਟ ਜਿਹੜੇ ਦੇ ਦਿੰਦੇ ਆ। ਅਤੇ ਉਸੇ ਤਰੀਕੇ ਨਾਲ ਹੀ ਕਿਤੇ ਨਾ ਕਿਤੇ ਜਿਹੜਾ ਜੋ ਕਿਸਾਨ ਅੰਦੋਲਨ ਚੱਲ ਰਿਹਾ ਜਦੋਂ ਆਪਾਂ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਕਿਸਾਨ ਲੀਡਰਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਅਤੇ ਉਹਨਾਂ 'ਤੇ ਕੋਈ ਸਵਾਲ ਪੁੱਛਣ ਦੀ ਜਾਂ ਉਹਨਾਂ 'ਤੇ ਸਵਾਲ ਚੱਕਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਬਹੁਤ ਸਾਰੇ ਵੀਰ ਜਿਹੜੇ ਹੈਗੇ ਆ ਉਹ ਬਿਨਾਂ ਕੁਛ ਜਾਣੇ ਪਛਾਣੇ ਬਿਨਾਂ ਕਿਸੇ ਗੱਲਬਾਤ ਤੋਂ ਪਤੇ ਤੋਂ ਉਹ ਇਹ ਕਹਿਣ ਲੱਗ ਜਾਂਦੇ ਆ ਕਿ ਤੁਸੀਂ ਜਿਹੜਾ ਇਹ ਅੰਦੋਲਨ ਜਿਹੜਾ ਹੈਗਾ ਸੰਘਰਸ਼ ਜਿਹੜਾ ਚੱਲ ਰਿਹਾ ਤੁਸੀਂ ਇਸ ਨੂੰ ਢਾਹ ਲਾਉਣ ਦੀ ਗੱਲ ਕਰਦੇ ਹੋ ਇਸ ਦੇ ਵਿੱਚ ਫੁੱਟ ਪਾਉਣ ਦੀ ਗੱਲ ਕਰਦੇ ਹੋ। ਸੋ ਕਿਤੇ ਨਾ ਕਿਤੇ ਇਹ ਬਿਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਕਿ ਜੋ ਕਿਸਾਨੀ ਲੀਡਰਾਂ ਨੂੰ ਸਵਾਲ ਕਰਦਾ ਜਾਂ ਉਹਨਾਂ ਦੇ ਬਾਰੇ ਗੱਲਬਾਤ ਕਰਦਾ ਉਹ ਜਿਹੜਾ ਹੈਗਾ ਕਿਸਾਨ ਅੰਦੋਲਨ ਦਾ ਵਿਰੋਧੀ ਜਿਹੜਾ ਹੈਗਾ। ਸੋ ਇਸ ਕਰਕੇ ਜਿਹੜੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਜਿਹੜੀ ਹੈਗੀ ਆ ਸਾਂਝੀ ਕਰ ਰਹੇ ਹਾਂ ਕਿ ਜਿਹੜੀ ਵੱਖੋ ਵੱਖ ਜਿਹੜੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਉਹਨੂੰ ਆਪਣੇ ਧਿਆਨ ਦੇ ਨਾਲ ਆਪ ਖੁਦ ਦੇਖੋ ਅਤੇ ਉਹਨੂੰ ਦੇਖ ਕੇ ਵਿਚਾਰ ਕਰੋ ਸੋਚ ਕੇ ਵਿਚਾਰ ਕਰੋ ਕਿ ਇਸ ਅੰਦੋਲਨ ਦੇ ਵਿੱਚ ਉੱਥੇ ਕੀ ਚੱਲ ਰਿਹਾ ਕੀ ਹੋ ਰਿਹਾ ਕੌਣ ਗਲਤ ਆ ਕੌਣ ਸਹੀ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਵੀ ਆਉਂਦੀਆਂ
ਕਿ ਜਿਹੜੀਆਂ ਆਪਣੇ ਆਈਟੀ ਸੈੱਲ ਦੀ ਆਪਾਂ ਗੱਲ ਕਰਦੇ ਹਾਂ ਕਿ ਬੀਜੇਪੀ ਆਈਟੀ ਸੈੱਲ ਆ। ਸੋ ਅੱਜ ਕੱਲ੍ਹ ਇੱਕ ਜਿਹੜਾ ਹੈਗਾ ਕਾਮਰੇਡ ਆਈਟੀ ਸੈੱਲ ਵੀ ਜਿਹੜਾ ਹੈਗਾ ਬੜਾ ਉਹ ਆਪਣੇ ਜ਼ੋਰਾਂ ਸ਼ੋਰਾਂ ਜਿਹੜੇ ਕੰਮ ਕਰ ਰਹੇ ਆ। ਜਿਹੜਾ ਵੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਲੀਡਰਾਂ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਨੂੰ ਜਿਹੜਾ ਬੀਜੇਪੀ ਆਈਟੀ ਸੈੱਲ ਦੇ ਬੰਦੇ ਗਦਾਰ ਜਾਂ ਹੋਰ ਵੱਖੋ ਵੱਖ ਨਾਵਾਂ ਨਾਲ ਜਿਹੜਾ ਸੰਬੋਧਨ ਕੀਤਾ ਜਾਂਦਾ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਿਹੜੀ ਫੋਟੋ ਜਿਹੜੀ ਉਹ ਫੇਸਬੁੱਕ 'ਤੇ ਜਿਹੜੀ ਸੋਸ਼ਲ ਮੀਡੀਆ ਜਿਹੜੀ ਘੁੰਮ ਰਹੀ ਆ, ਹਾਲਾਂਕਿ ਮੈਂ ਉਹਦੀ ਕੋਈ ਪੁਸ਼ਟੀ ਨਹੀਂ ਕਰਦਾ, ਪਰ ਉਹ ਫੋਟੋ ਜਿਹੜੀ ਘੁੰਮ ਰਹੀ ਆ ਮੈਂ ਉਹ ਦਿਖਾਉਣੀ ਚਾਹੁੰਦਾ ਕਿ ਆਈਟੀ ਸੈੱਲ ਦੇ ਜਿਹੜੇ ਇਹਨਾਂ ਨੇ ਹੈੱਡ ਬਣਾਏ ਹੋਏ ਆ, ਉਹਨਾਂ ਦਾ ਪਰਿਵਾਰਿਕ ਪਿਛੋਕੜ ਜਿਹੜਾ ਹੈਗਾ ਕੀ ਹੈਗਾ, ਇਹ ਤੁਸੀਂ ਆਪ ਖੁਦ ਪੜ੍ਹ ਸਕਦੇ ਹੋ। ਕਿ ਜਿਹੜਾ ਰਜਿੰਦਰ ਦਾ ਆਈਟੀ ਸੈੱਲ ਦਾ ਮੇਨ ਹੈੱਡ ਬਲਜੀਤ ਆ, ਉਹਦਾ ਜਿਹੜਾ ਹੈਗਾ ਕਿ ਪਿਓ ਦਾ ਹੈਗਾ ਉਹ ਬੇਅੰਤ ਸਿੰਘ ਥਾਣੇਦਾਰ, ਜਿਹੜਾ ਬੱਚੇ ਥਾਣੇਦਾਰ ਜਿਹਦਾ ਉਹਦਾ ਮੁੰਡਾ ਹੈਗਾ। ਸੋ ਇਸ ਕਰਕੇ ਜਿਹੜਾ ਇਹ ਲੋਕਾਂ ਦੀ ਜਿਹੜੀ ਹੈਗੀ ਆ ਨਫ਼ਰਤ ਜਿਹੜੀ ਹੈਗੀ ਆ ਪੰਜਾਬ ਦੇ ਨੌਜਵਾਨ ਆਗੂ ਜਿਹੜੇ ਹੈਗੇ ਆ, ਚਾਹੇ ਉਹ ਲੱਖਾ ਸਧਰਾਣਾ ਹੋਵੇ ਚਾਹੇ ਦੀਪ ਸਿੱਧੂ ਹੋਵੇ, ਉਹਨਾਂ ਦੇ ਨਾਲ ਜਿਹੜੀ ਸਪਸ਼ਟ ਆਉਂਦੀ ਆ। ਬਾਕੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਬੇਸ਼ੱਕ ਆਪਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਸਹੀ ਹੈ ਜਾਂ ਨਹੀਂ ਹੈਗੀ, ਪਰ ਇਹ ਸੋਸ਼ਲ ਮੀਡੀਆ 'ਤੇ ਜਿਹੜੀ ਪੋਸਟ ਜਿਹੜੀ ਘੁੰਮ ਰਹੀ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਆ। ਉਸ ਤੋਂ ਬਾਅਦ ਕਿ ਜਦੋਂ ਵੀ ਕੋਈ ਜਿਹੜੇ ਲੀਡਰ ਜਿਹੜੇ ਹੈਗੇ ਆ, ਪਹਿਲਾਂ ਜਿੱਦਾਂ ਲੱਖਾ ਸਧਾਣੇ ਹੋਣੀ ਸੀਗੇ ਜਾਂ ਦੀਪ ਸਿੱਧੂ ਸੀਗੇ ਜਾਂ ਹੋਰ ਜਿਹੜੇ ਸੂਝਵਾਨ ਜਿਹੜੇ ਬੰਦੇ ਸੀਗੇ, ਚਾਹੇ ਉਹ ਸੁਖਪ੍ਰੀਤ ਸਿੰਘ ਉਦੋਕੇ ਹੋਣ, ਚਾਹੇ ਹੋਰ ਜਿਹੜੇ ਗੱਲ ਕਰਨ ਵਾਲੇ ਬੰਦੇ ਸੀਗੇ ਜਿਹੜੇ ਸਵਾਲ ਕਰਦੇ ਸੀ ਇਹਨਾਂ ਲੀਡਰਾਂ ਨੂੰ, ਆਪਾਂ ਦੇਖਿਆ ਕਿ ਕਿੱਦਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਕਰਕੇ ਜਿਹੜਾ ਉਹ ਜਿਹੜਾ ਲਾਂਭੇ ਕੀਤਾ ਗਿਆ, ਉਹਨਾਂ ਨੂੰ ਪਾਸੇ ਕੀਤਾ ਗਿਆ। ਸੋ ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ, ਹੁਣ ਜਿਹੜਾ ਅਗਲਾ ਨੰਬਰ ਜਿਹੜਾ ਹੈਗਾ ਉਹ ਜਥੇਬੰਦੀਆਂ ਦਾ ਲੱਗ ਰਿਹਾ ਕਿ ਕਿਹੜੀਆਂ ਜਥੇਬੰਦੀਆਂ ਹੈਗੀਆਂ ਜਿਹੜੀਆਂ ਇਹਨਾਂ ਦੇ ਖਿਲਾਫ ਲੀਡਰਾਂ ਨੂੰ ਸਵਾਲ ਕਰਦੀਆਂ ਜਾਂ ਇਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੀਆਂ, ਕਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਉਹ ਪਾਸੇ ਕੀਤਾ ਜਾ ਰਿਹਾ। ਔਰ ਉਸ ਪਾਸੇ ਕਰਨ ਦਾ ਰੀਜ਼ਨ ਜਿਹੜਾ ਹੈਗਾ ਕਿ ਜਿਵੇਂ ਤੁਸੀਂ ਵੀ ਸੁਣਿਆ ਹੋਊਗਾ ਕਿ ਪਿਛਲੇ ਦਿਨੀ ਜਿਹੜਾ ਇੱਕ ਗੱਲ ਚੱਲੀ ਸੀਗੀ, ਸਰਕਾਰ ਨੇ ਪ੍ਰਪੋਜ਼ਲ ਦਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਕਾਨੂੰਨ ਆ, ਅਸੀਂ ਇਸ ਕਾਨੂੰਨਾਂ ਨੂੰ ਜਿਹੜੇ ਹੈਗੇ ਆ 1.5 ਸਾਲ ਦੇ ਲਈ, ਜਾਂ ਕਈਆਂ ਨੇ ਇਹ ਕਿਹਾ ਕਿ 2 ਸਾਲ ਦੇ ਲਈ ਇਹਨਾਂ ਨੂੰ ਰੱਦ ਕਰ ਦਿਓ। ਪਰ ਸਰਕਾਰ ਦਾ ਜਿਹੜਾ ਪ੍ਰਪੋਜ਼ਲ ਸੀਗਾ ਉਹ ਇਹ ਸੀਗਾ ਕਿ ਅਸੀਂ ਇਹਨਾਂ ਨੂੰ 1.5 ਸਾਲ ਦੇ ਲਈ ਕਾਨੂੰਨਾਂ ਨੂੰ ਇਹਨਾਂ ਨੂੰ ਰੱਦ ਕਰ ਦਿੰਦੇ ਹਾਂ ਅਤੇ ਦੁਬਾਰਾ ਆਪਾਂ ਇਸ 'ਤੇ ਜਿਹੜੀ ਕਮੇਟੀ ਜਿਹੜੀ ਬਿਠਾ ਕੇ ਦੁਬਾਰਾ ਇਸ 'ਤੇ ਗੱਲਬਾਤ ਕਰ ਲਵਾਂਗੇ। ਸੋ ਉਹਦੇ ਵਿੱਚ ਇੱਕ ਜਿਹੜੀ ਗੱਲ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ 15 ਜਥੇਬੰਦੀਆਂ ਜਿਹੜੀਆਂ ਸੀਗੀਆਂ ਕਿਸਾਨ ਸੰਘਰਸ਼ ਦੇ ਵਿੱਚ ਜਿਹੜੀਆਂ ਹੈਗੀਆਂ 15 ਜਥੇਬੰਦੀਆਂ ਜਿਹੜੀਆਂ ਇਹਨਾਂ ਨਾਲ ਮੀਟਿੰਗਾਂ 'ਚ ਬੈਠਦੀਆਂ ਇਹਨਾਂ ਨਾਲ, ਉਹਨਾਂ ਨੇ ਜਿਹੜਾ ਇਸ ਪ੍ਰਪੋਜ਼ਲ ਦਾ ਵਿਰੋਧ ਕੀਤਾ ਸੀਗਾ। ਸੋ 12 ਜਥੇਬੰਦੀਆਂ ਜਿਹੜੀਆਂ ਉਸ ਪ੍ਰਪੋਜ਼ਲ ਦੇ ਜਿਹੜੀਆਂ ਹੱਕ ਵਿੱਚ ਸੀਗੀਆਂ, ਉਹ ਪਿਛਲੇ ਦਿਨਾਂ ਦੇ ਵਿੱਚ ਗੱਲ ਜਿਹੜੀ ਬਾਹਰ ਆਈ ਸੀਗੀ ਆਪਣੀ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਜਿਹੜੇ ਪੱਤਰਕਾਰ ਆਪਣੇ ਵੀਰ ਹੈਗੇ ਆ ਜਿਨ੍ਹਾਂ ਰਾਹੀਂ ਇਹ ਗੱਲ ਜਿਹੜੀ ਬਾਹਰ ਆਈ ਸੀਗੀ। ਸੋ ਉਦੋਂ ਇਹ ਗੱਲ ਜਿਹੜੀ ਕੁਛ ਲੋਕਾਂ ਦੇ ਵਿੱਚ ਜਿਹੜੀ ਇਹ ਵਿਚਾਰ ਚੱਲੀ ਸੀ, ਇਹ ਗੱਲ ਚੱਲੀ ਸੀਗੀ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 15 ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਉਸ ਪ੍ਰਪੋਜ਼ਲ ਨੂੰ ਨਹੀਂ ਮੰਨ ਰਹੀਆਂ ਜਾਂ ਉਸ ਪ੍ਰਪੋਜ਼ਲ ਦੇ ਹੱਕ ਵਿੱਚ ਨਹੀਂ ਗਈਆਂ, ਉਸ ਨੂੰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਤੋਂ ਜਿਹੜਾ ਲਾਂਭੇ ਕੀਤਾ ਜਾ ਸਕਦਾ, ਪਾਸੇ ਕੀਤਾ ਜਾ ਸਕਦਾ। ਸੋ ਉਹਦੇ ਨਾਲ ਰਿਲੇਟਡ ਜਿਹੜੀ ਹੈਗੀ ਤੁਹਾਡੇ ਨਾਲ ਇੱਕ ਜਾਣਕਾਰੀ ਜਿਹੜੀ ਸਾਂਝੀ ਕਰਨ ਜਾ ਰਹੇ ਹਾਂ ਕਿ ਉਹਨਾਂ ਹੀ ਜਥੇਬੰਦੀਆਂ ਦੇ ਵਿੱਚੋਂ ਇੱਕ ਜਥੇਬੰਦੀ ਜਿਹੜੀ ਹੈਗੀ ਆ ਉਸ ਦੀ ਮੈਂ ਤੁਹਾਨੂੰ ਦਿਖਾਉਣਾ ਉਹਨਾਂ ਦਾ ਇਹ ਜਿਹੜੀ ਹੈਗੀ ਆ ਜੀ ਆਪਣੇ ਦੁਆਬਾ ਆਜ਼ਾਦ ਕਿਸਾਨ ਕਮੇਟੀ ਦੁਆਬਾ ਜਿਹੜੀ ਹੈਗੀ ਆ, ਉਹਨਾਂ ਜਿਹੜੇ ਹਰਪਾਲ ਸਿੰਘਾ ਜੀ ਹੈਗੇ ਆ, ਉਹਨਾਂ ਦਾ ਜਿਹੜੇ ਟਵੀਟ ਮੈਂ ਤੁਹਾਨੂੰ ਦਿਖਾਉਣਾ ਕਿ ਉਹਨਾਂ ਨੂੰ ਜਿਹੜਾ ਉਸ ਸਸਪੈਂਡ ਕਰ ਦਿੱਤਾ ਗਿਆ, ਉਸ ਤੋਂ ਬਾਹਰ ਕਰ ਦਿੱਤਾ ਗਿਆ ਸੰਯੁਕਤ ਮੋਰਚੇ ਦੇ ਵਿੱਚੋਂ, ਜਿਸ ਦਾ ਕਾਰਨ ਜਿਹੜਾ ਹੈਗਾ ਤੁਸੀਂ ਇਹਨਾਂ ਟਵੀਟਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਕੋਈ ਜਥੇਬੰਦੀ ਇਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੀ ਅਤੇ ਕਿਸ ਤਰੀਕੇ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਉਲਾਂਭੇ ਕੀਤਾ ਜਾ ਰਿਹਾ। ਤੁਸੀਂ ਹਰਪਾਲ ਸਿੰਘਾ ਜੀ ਦਾ ਅੱਜ ਤੋਂ 4 ਦਿਨ ਪਹਿਲਾਂ ਦਾ ਜਿਹੜਾ ਟਵੀਟ ਆ ਦੇਖ ਸਕਦੇ ਆ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਕਿ ਮੈਂ ਸਪਸ਼ਟ ਕਰਦਾ ਕਿ ਸਰਕਾਰ ਨਾਲ ਸਮਝੌਤੇ ਦਾ ਭਾਵ ਸਿਰਫ ਕਾਨੂੰਨ ਵਾਪਸੀ ਹੈ, ਉਸ ਤੋਂ ਪਰੇ ਕਾਨੂੰਨਾਂ ਉੱਪਰ ਰੋਕ ਜਾਂ ਕੋਈ ਹੋਰ ਸਮਝੌਤਾ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੀ ਨਾ ਮੰਗ ਹੈ ਅਤੇ ਨਾ ਕਦੇ ਹੋਵੇਗੀ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਆਜ਼ਾਦ ਕਿਸਾਨ ਕਮੇਟੀ ਦੁਆਬਾ ਸੀਗੀ ਇਹ ਉਸ ਪ੍ਰਪੋਜ਼ਲ ਦੇ ਖਿਲਾਫ ਸੀਗੀ। ਸੋ ਹੋ ਸਕਦਾ ਇਹੀ ਜਿਹੜਾ ਉਹਨਾਂ ਦਾ ਮੇਨ ਜਿਹੜਾ ਕਾਰਨ ਬਣਿਆ ਕਿ ਇਹ ਜਿਹੜਾ ਜਥੇਬੰਦੀ ਨੂੰ ਉਹਨਾਂ ਨੇ ਸਸਪੈਂਡ ਕਰਕੇ ਇਹ ਸੰਯੁਕਤ ਮੋਰਚੇ ਤੋਂ ਲਾਂਭੇ ਕਰ ਦਿੱਤਾ ਹੈ।
ਸੋ ਉਸ ਤੋਂ ਅੱਗੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਇੱਕ ਹੋਰ ਵੀ ਟਵੀਟ ਜਿਹੜਾ ਹੈਗਾ ਤੁਸੀਂ ਪੜ੍ਹ ਸਕਦੇ ਹੋ ਕਿ ਕਿਸੇ ਕਿਸਾਨ ਆਗੂ ਵੱਲੋਂ ਬੋਲੇ ਭੜਕਾਊ ਸ਼ਬਦ ਜਾਂ ਗਲਤ ਸ਼ਬਦਾਵਲੀ ਉਸ ਦੇ ਨਿੱਜੀ ਵਿਚਾਰ ਹੋ ਸਕਦੇ ਹਨ, ਉਸ ਲਈ ਸਮੂਹ ਕਿਸਾਨ ਆਗੂ ਜਾਂ ਜਥੇਬੰਦੀਆਂ ਜ਼ਿੰਮੇਵਾਰ ਨਹੀਂ ਹੁੰਦੀਆਂ। ਤੁਸੀਂ ਉਸ ਗਲਤ ਸ਼ਬਦਾਵਲੀ ਦਾ ਵਿਰੋਧ ਕਰ ਸਕਦੇ ਹੋ, ਤੁਹਾਡਾ ਹੱਕ ਹੈ, ਪਰ ਇਹ ਜ਼ਰੂਰੀ ਨਹੀਂ ਕਿ ਹਰ ਕਿਸਾਨ ਆਗੂ ਕਿਸੇ ਇੱਕ ਦੇ ਬਿਆਨ ਨਾਲ ਸਹਿਮਤ ਹੋਣ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਵਿੱਚ ਰਾਜੇਵਾਲ 'ਤੇ ਵੀ ਪਲਵੀਰ ਰਾਜੇਵਾਲ 'ਤੇ ਵੀ ਬੜੇ ਦੋਸ਼ ਲੱਗਦੇ ਰਹੇ ਆ ਕਿ ਜੋ ਉਹ ਸਟੇਜ ਤੋਂ ਕਦੇ ਉਹ ਨਿਸ਼ਾਨ ਸਾਹਿਬ ਲਾਉਣ ਦੀ ਗੱਲ ਹੋਵੇ, ਚਾਹੇ ਉਹ ਬੇਅੰਤ ਸਿੰਘ ਜਿਹੜਾ ਬੁੱਚੜ CMC ਪੰਜਾਬ ਦਾ, ਉਸ ਨੂੰ ਜਿਹੜਾ ਉਹਦੀਆਂ ਕੁਰਬਾਨੀਆਂ ਜਿਹੜੀਆਂ ਕੁਰਬਾਨੀਆਂ ਦੀ ਗੱਲ ਕੀਤੀ ਹੋਵੇ, ਜਾਂ ਮਤਲਬ ਹੋਰ ਵੱਖ ਤਰੀਕੇ ਦੇ ਬਿਆਨ, ਜਾਂ ਰਜਿੰਦਰਦੀਪ ਸਿੰਘ ਵਾਲਾ ਜਿਹੜਾ ਹੈਗਾ ਉਸ ਦੇ ਜਿਹੜੇ ਦੀਪ ਸਿੱਧੂ ਅਤੇ ਉਹਨਾਂ ਦੇ ਖਿਲਾਫ ਜਿਹੜੇ ਲੱਖੇ ਸਿਧਾਣੇ ਉਹਨਾਂ ਦੇ ਖਿਲਾਫ ਜਿਹੜਾ ਸਟੇਜ ਦੇ ਉੱਪਰ ਜਿਹੜਾ ਉਹਨਾਂ ਨੂੰ ਗਦਾਰ ਦੇ ਨਾਅਰੇ ਲਵਾਉਣੇ ਅਤੇ ਜਿਹੜਾ ਉਹਨਾਂ ਦੇ ਖਿਲਾਫ ਬੋਲਣਾ, ਉਹਨਾਂ ਦੀ ਗੱਲ ਹੋਵੇ। ਸੋ ਇਹ ਜਥੇਬੰਦੀ ਦੇ ਜਿਹੜੇ ਆਗੂ ਹੈਗੇ ਆ, ਇਹਨਾਂ ਦਾ ਕਹਿਣਾ ਸੀਗਾ ਕਿ ਇਹ ਉਹਨਾਂ ਦੇ ਵਿਚਾਰ ਹੋ ਸਕਦੇ ਆ, ਸਾਰੇ ਉਹਨਾਂ ਨਾਲ ਸਹਿਮਤ ਨਹੀਂ। ਸੋ ਜਿੱਥੋਂ ਇਹ ਲੱਗਦਾ ਕਿ ਇਹੀ ਜਿਹੜੇ ਕਾਰਨ ਹੋ ਰਹੇ ਹੋਣਗੇ ਜਿਨ੍ਹਾਂ ਦਾ ਕਰਕੇ ਉਹਨਾਂ ਨੂੰ ਇਸ ਸੰਘਰਸ਼ ਤੋਂ ਜਿਹੜਾ ਲਾਂਭੇ ਕਰ ਦਿੱਤਾ ਗਿਆ, ਔਰ ਇਸ ਸੰਘਰਸ਼ ਤੋਂ ਜਿਹੜਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸੰਘਰਸ਼ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਹੈਗਾ। ਕੁਛ ਲੀਡਰ ਹੈਗੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਦੀ ਪ੍ਰਪੋਜ਼ਲ ਨੂੰ ਜਿਹੜਾ ਪ੍ਰਵਾਨ ਕਰਕੇ ਜਿਹੜੇ ਉਹਨਾਂ ਨੇ 1.5 ਸਾਲ ਦੀ ਜਿਹੜੀ ਉਹ ਦਿੱਤੀ ਹੋਈ ਆ ਉਹਨੂੰ ਪ੍ਰਵਾਨ ਕਰਕੇ ਅਤੇ ਇਹ ਜਿਹੜਾ ਸੰਘਰਸ਼ ਨੂੰ ਖਤਮ ਕੀਤਾ ਜਾਵੇ। ਸੋ ਇਸ ਕਰਕੇ ਆਪਾਂ ਇਹ ਜਿਹੜੇ ਵੀਰ ਆਪਣੇ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਅਸੀਂ ਤੁਹਾਡੇ ਨਾਲ ਕੋਈ ਗੱਲਬਾਤ ਕਰਦੇ ਹਾਂ, ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ, ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਸੰਘਰਸ਼ ਦੇ ਵਿੱਚ ਕੀ ਹੋ ਰਿਹਾ, ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਿਆ ਕਰੋ, ਉਸ ਨੂੰ ਦੇਖਿਆ ਕਰੋ ਕਿ ਕੀ ਸੱਚ ਹੈ ਕੀ ਝੂਠ ਆ। ਉਸ ਤੋਂ ਬਾਅਦ ਜਿਹੜੇ ਹੈਗੇ ਆ ਤੁਸੀਂ ਕਿਸੇ ਨੂੰ ਜਿਹੜਾ BJP IT ਸੈੱਲ ਦਾ ਜਾਂ ਗਦਾਰ ਹੋਣ ਦਾ ਜਾਂ ਕਿਸਾਨ ਅੰਦੋਲਨ ਵਿਰੋਧੀ ਹੋਣ ਦਾ ਜਿਹੜਾ ਸਰਟੀਫਿਕੇਟ ਆ ਤੁਸੀਂ ਜ਼ਰੂਰ ਦੇ ਸਕਦੇ ਆ। ਉਸ ਦੇ ਵਿੱਚ ਤੁਹਾਡਾ ਹੱਕ ਬਣਦਾ ਕਿ ਤੁਸੀਂ ਆਪਣੇ ਜਿਹੜੇ ਇਹ ਜ਼ਰੂਰ ਗੱਲਾਂ ਜਿਹੜੀਆਂ ਕਹਿ ਸਕਦੇ ਆ। ਸੋ ਇੱਕ ਜਿਹੜੀ ਮੈਂ ਹੋਰ ਜਿਹੜੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਜਦੋਂ ਆਪਾਂ ਗੱਲ ਕਰਦੇ ਹਾਂ ਏਕਤਾ ਦੀ ਗੱਲ ਕਰਦੇ ਹਾਂ ਕਿ ਏਕਤਾ ਬਣਾ ਕੇ ਰੱਖਣੀ ਚਾਹੀਦੀ ਆ, ਨਹੀਂ ਬੋਲਣਾ ਚਾਹੀਦਾ ਇਹਨਾਂ ਲੀਡਰਾਂ ਦੇ ਖਿਲਾਫ, ਪਰ ਦੂਸਰੇ ਪਾਸੇ ਇਹਨਾਂ ਲੀਡਰਾਂ ਦੀ ਇਹਨਾਂ ਲੋਕਾਂ ਦੀਆਂ ਜਿਹੜੀਆਂ ਆਪ ਹੁੜਤੀਆਂ ਜਿਹੜੀਆਂ ਉੱਥੇ ਕਰਦੇ ਆ, ਜੋ ਇਹ ਉੱਥੇ ਕਰ ਰਹੇ ਆ, ਉਹ ਤੁਹਾਡੇ ਅਸੀਂ ਸਾਹਮਣੇ ਰੱਖ ਰਹੇ ਹਾਂ। ਸਾਡਾ ਫਰਜ਼ ਬਣਦਾ ਕਿ ਤੁਹਾਡੇ ਸਾਹਮਣੇ ਉਹ ਗੱਲਾਂ ਰੱਖੀਏ। ਹੋ ਸਕਦਾ ਤੁਸੀਂ ਇਹ ਵੀਡੀਓ ਦੇਖ ਲਈ ਹੋਵੇ, ਪਰ ਜੇ ਨਹੀਂ ਦੇਖੀ ਤਾਂ ਇਹ ਵੀਡੀਓ 'ਤੇ ਜ਼ਰੂਰ ਇੱਕ ਵਾਰੀ ਨਿਗਾਹ ਮਾਰਿਓ ਕਿ ਕਿਸ ਤਰੀਕੇ ਦੇ ਨਾਲ ਸਿਰਫ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦਾ ਨਾਮ ਲੈਣ ਦਾ ਕਰਕੇ ਇੱਕ ਬੀਬੀ ਦੇ ਕੋਲੋਂ, ਇੱਕ ਭੈਣ ਦੇ ਕੋਲੋਂ ਜਿਹੜਾ ਮਾਈਕ ਖੋਹ ਲਿਆ ਜਾਂਦਾ ਔਰ ਉੱਥੇ ਕਿਹਾ ਜਾਂਦਾ ਕਿ ਇਸ ਸਟੇਜ 'ਤੇ ਇਸ ਜਗ੍ਹਾ 'ਤੇ ਤੁਸੀਂ ਲੱਖੇ ਸਿਧਾਣੇ ਦਾ ਜਾਂ ਦੀਪ ਸਿੱਧੂ ਦਾ ਨਾਂ ਨਹੀਂ ਲੈ ਸਕਦੇ ਕਿਉਂਕਿ ਉਹਨਾਂ ਨੂੰ ਇਹ ਗਦਾਰ ਦਾ ਜਿਹੜਾ ਸਰਟੀਫਿਕੇਟ ਦੇ ਚੁੱਕੇ ਆ, ਉਹਨਾਂ ਨੂੰ ਗਦਾਰ ਜਿਹੜੇ ਕਹਿ ਚੁੱਕੇ ਆ। ਇਹ ਜਿਹੜਾ ਹੈਗਾ ਵੀਡੀਓ ਜਿਹੜੀ ਹੈਗੀ ਆ, ਮੈਨੂੰ ਲੱਗਦਾ ਕਿ ਇਹ ਜਿਹੜੇ ਕੱਲ੍ਹ ਜਿਹੜੇ ਅੱਜ ਉੱਥੇ ਜਿਹੜੇ ਰੋਡ ਜਾਮ ਕੀਤੇ ਆ ਉੱਥੋਂ ਦੇ ਕਿਸੇ ਪ੍ਰੋਗਰਾਮ ਦੀ ਕਿਸੇ ਥਾਂ ਦੀ ਵੀਡੀਓ ਹੈਗੀ ਆ, ਪਰ ਜੋ ਇਹ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ, ਜੋ ਬੋਲਿਆ ਜਾ ਰਿਹਾ, ਤੁਸੀਂ ਖੁਦ ਆਪ ਸੁਣ ਸਕਦੇ ਹੋ। ਸਾਡੀ ਟਾਈਮ ਦੇ ਆਉਣ ਵਾਲੀ ਪੀੜ੍ਹੀ ਦੇ ਦਾਦੇ ਲੱਖਾਂ ਸਿਧਾਣੇ ਤੇ ਦੀਪ ਸਿੱਧੂ ਨੂੰ ਅਸੀਂ ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਇਹ ਗਦਾਰ ਨਹੀਂ ਹਨ, ਇਹਨਾਂ ਦੇ ਜਿਹੜੇ ਗਦਾਰੀ ਦਾ ਟੈਗ ਬੁੱਢਾ ਜਿਹੜੀ ਸਟੇਜ ਆ ਨਾ, ਇਹ ਸੰਯੁਕਤ ਰਾਸ਼ਟਰ ਦੀ ਸਟੇਜ ਆ, ਇੱਥੇ ਨਾ ਦੀਪ ਸਿੱਧੂ ਨਾ ਸਿਧਾਣਾ ਕਿਸੇ ਦਾ ਨਾਂ ਨਹੀਂ ਲੈਂਦੀ ਕਿਉਂਕਿ ਜਿਹੜੀ ਇਹ ਸਟੇਜ ਆ ਕਿਸਾਨਾਂ ਦੀ। ਸਾਡੀ ਟਾਈਮ ਦੇ ਆਉਣ ਵਾਲੀ ਪੀੜ੍ਹੀ ਦੇ ਦਾਦੇ ਲੱਖਾਂ ਸਿਧਾਣੇ ਤੇ ਦੀਪ ਸਿੱਧੂ ਨੂੰ ਅਸੀਂ ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਇਹ ਗਦਾਰ ਨਹੀਂ ਹਨ, ਇਹਨਾਂ ਦੇ ਜਿਹੜੇ ਗਦਾਰੀ ਦਾ ਟੈਗ ਬੁੱਢਾ ਜਿਹੜੀ ਸਟੇਜ ਆ ਨਾ, ਇਹ ਸੰਯੁਕਤ ਰਾਸ਼ਟਰ ਦੀ ਸਟੇਜ ਆ, ਇੱਥੇ ਨਾ ਦੀਪ ਸਿੱਧੂ ਨਾ ਸਿਧਾਣਾ ਕਿਸੇ ਦਾ ਨਾਂ ਨਹੀਂ ਲੈਂਦੀ ਕਿਉਂਕਿ ਜਿਹੜੀ ਇਹ ਸਟੇਜ ਆ ਕਿਸਾਨਾਂ ਦੀ। ਸਾਡੀ ਟਾਈਮ ਦੇ ਆਉਣ ਵਾਲੀ ਪੀੜ੍ਹੀ ਦੇ ਦਾਦੇ। ਸੋ ਤੁਸੀਂ ਇਹ ਖੁਦ ਦੇਖ ਲਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹਨਾਂ ਲੋਕਾਂ ਦੇ ਵਿੱਚ ਨਫ਼ਰਤ ਭਰੀ ਹੋਈ ਆ, ਜਾਂ ਉਹਨਾਂ ਲੀਡਰਾਂ ਨੇ ਆਪਣੇ ਜਿਹੜੇ ਗਾਂਹ ਵਾਲੇ ਚੇਲੇ ਚਾਪਟੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਇਹ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਦੇ ਬਾਰੇ ਜਿਹੜੀ ਨਫ਼ਰਤ ਭਰ ਦਿੱਤੀ ਆ ਕਿ ਉਹਨਾਂ ਦਾ ਨਾਮ ਸੁਣਨਾ ਵੀ ਜਿਹੜਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਮੈਂ ਬੇਨਤੀ ਕਰਦਾ ਕਿ ਆਪਣੇ ਜਿਹੜੇ ਵੀਰ ਸੁਣਨ ਵਾਲੇ ਜਿਹੜੇ ਹੈਗੇ ਆ ਉਹ ਦੱਸਣ ਮੈਨੂੰ ਕਿ ਕੋਈ ਵੀਡੀਓ ਜਿਹੜੀ ਸਹੀ ਚੱਲ ਰਹੀ ਆ, ਕਿਉਂਕਿ ਇੱਥੇ ਕੋਈ ਟਰਬਲ ਆ ਰਹੀ ਲੱਗਦੀ ਵੀਡੀਓ ਦੇ ਵਿੱਚ। ਕਿਉਂਕਿ ਜਿਹੜੀ ਇਹ ਸਟੇਜ ਆ
ਕਿਸਾਨਾਂ ਦੀ ਅੱਟੀ ਕੌਮ ਦੇ ਆਉਣ ਵਾਲੀ ਪੀੜ੍ਹੀ ਦੇ ਦਾਦੇ ਲੱਖਾਂ ਹਜ਼ਾਰਾਂ ਤੇ ਦੀਪ ਸਿੱਧੂ ਨੂੰ ਅੱਜ ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਇਹ ਗਦਾਰ ਨਹੀਂ ਹਨ, ਇਹਨਾਂ ਦੇ ਜਿਹੜੇ ਗਦਾਰੀ ਦਾ ਟੈਗ ਨੈਟਵਰਕ ਮੁੱਦਾ ਜਿਹੜੀ ਸਟੇਜ ਆ ਨਾ, ਇਹ ਸੰਯੁਕਤ ਰਾਸ਼ਟਰ ਦੀ ਸਟੇਜ ਆ। ਇੱਥੇ ਨਾ ਦੀਪ ਸਿੱਧੂ ਨਾ ਪ੍ਰਧਾਨ ਕਿਸੇ ਦਾ ਨਾਂ ਨਹੀਂ ਲੈਂਦੀ ਉਹ, ਕਿਉਂਕਿ ਜਿਹੜੀ ਇਹ ਸਟੇਜ ਆ ਕਿਸਾਨਾਂ ਦੀ ਅੱਟੀ ਕੌਮ ਦੇ ਆਉਣ ਵਾਲੀ ਪੀੜ੍ਹੀ ਦੇ ਦਾਦੇ ਲੱਖਾਂ ਹਜ਼ਾਰਾਂ ਤੇ ਦੀਪ ਸਿੱਧੂ ਨੂੰ ਅੱਜ ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਇਹ ਗਦਾਰ ਨਹੀਂ ਹਨ, ਇਹਨਾਂ ਦੇ ਜਿਹੜੇ ਗਦਾਰੀ ਦਾ ਟੈਗ ਨੈਟਵਰਕ ਮੁੱਦਾ ਜਿਹੜੀ ਸਟੇਜ ਆ ਨਾ, ਇਹ ਸੰਯੁਕਤ ਰਾਸ਼ਟਰ ਦੀ ਸਟੇਜ ਆ। ਇੱਥੇ ਨਾ ਦੀਪ ਸਿੱਧੂ ਨਾ ਪ੍ਰਧਾਨ ਕਿਸੇ ਦਾ ਨਾਂ ਨਹੀਂ ਲੈਂਦੀ ਉਹ, ਕਿਉਂਕਿ ਜਿਹੜੀ ਇਹ ਸਟੇਜ ਆ ਕਿਸਾਨਾਂ ਦੀ ਸਾਡੀ ਕੌਮ ਦੇ ਆਉਣ ਵਾਲੀ ਪੀੜ੍ਹੀ ਦੇ ਦਾਦੇ ਲੱਖਾਂ ਹਜ਼ਾਰਾਂ ਤੇ ਦੀਪ ਸਿੱਧੂ ਨੂੰ ਅੱਜ ਜੇ ਬਚਾ ਸੋ ਇਹ ਜਿਹੜੀ ਵੀਡੀਓ ਹੈਗੀ ਆ, ਇਹ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ। ਤੁਸੀਂ ਸੁਣੀ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਇਹਨਾਂ ਲੋਕਾਂ ਵੱਲੋਂ ਜਿਹੜਾ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਦੇ ਬਾਰੇ ਜਿਹੜਾ ਨਾਮ ਲੈਣ ਤੋਂ ਕਿੰਨਾ ਇਹਨਾਂ ਨੂੰ ਅਲਰਜੀ ਆ, ਕਿੰਨੀ ਨਫ਼ਰਤ ਆ। ਸੋ ਇਸ ਤੋਂ ਅੱਗੇ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਇਹ ਦੀਪ ਸਿੱਧੂ ਦੇ ਬਾਰੇ ਆਪਾਂ ਖਾਸ ਕਰਕੇ ਗੱਲਬਾਤ ਕਰਾਂਗੇ ਕਿ ਕੀ ਉਹਦਾ ਸਿਰਫ ਗੁਨਾਹ ਇੰਨਾ ਹੀ ਸੀਗਾ ਕਿ ਜਿਹੜੇ 20 ਦਿਨ ਉਹਨੇ ਸਨੀ ਦਿਓਲ ਦੇ ਨਾਲ ਆਪਣੇ ਜਿਹੜੇ ਬਿਤਾਏ, ਸਨੀ ਦਿਓਲ ਦੇ ਨਾਲ ਜਿਹੜਾ ਪ੍ਰਚਾਰ ਕੀਤਾ, ਕਿ ਇਹੀ ਉਹਦਾ ਗੁਨਾਹ ਸੀਗਾ ਜਾਂ ਉਸ ਦੇ ਪਿੱਛੇ ਜਿਹੜੀ ਹੋਰ ਜਿਹੜੀ ਸਕੀਮ ਸੀਗੀ। ਪਰ ਜੇ ਆਪਾਂ ਇਹ ਮੰਨ ਲਈ ਜਾਵੇ ਕਿ ਬੀਜੇਪੀ ਦਾ ਸਾਥ ਦੇਣ ਦਾ ਕਰਕੇ ਜਾਂ ਬੀਜੇਪੀ ਦੇ ਨਾਲ 20 ਦਿਨ ਬਿਤਾਉਣ ਦਾ ਕਰਕੇ ਉਹ ਐਡਾ ਵੱਡਾ ਜਿਹੜਾ ਗੁਨਾਹਕਾਰ ਹੋ ਗਿਆ, ਸੋ ਫਿਰ ਆਪਾਂ ਕੁਛ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਨਾਲ ਜਿਹੜੇ ਲੀਡਰ ਬੈਠੇ ਹੈਗੇ ਆ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਬੈਠੇ ਹੈਗੇ ਆ, ਉਹਨਾਂ ਦੀ ਗੱਲਬਾਤ ਕਰਨੀ ਵੀ ਜ਼ਰੂਰੀ ਬਣਦੀ ਹੈ ਕਿ ਉਹ ਉਹਨਾਂ ਲੋਕਾਂ ਦਾ ਜਿਹੜਾ ਕੀ ਪਿਛੋਕੜ ਆ, ਉਹ ਕਿੱਥੇ ਜੁੜੇ ਹੋਏ ਸੀ, ਕਿੰਨਾ ਚਿਰ ਜੁੜੇ ਰਹੇ ਸੀਗੇ। ਮੈਂ ਤੁਹਾਨੂੰ ਕੁਝ ਕੁ ਲੀਡਰਾਂ ਦੀ ਜਿਹੜੀ ਅੱਜ ਡਿਟੇਲ ਦਿੰਦਾ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਸਭ ਤੋਂ ਪਹਿਲਾਂ ਇਹ ਜਿਹੜਾ ਹੈਗਾ ਸ਼ਿਵ ਕੁਮਾਰ ਕੱਕਾ ਜੀ ਜਿਹੜੇ ਹੈਗੇ ਆ, ਉਹਨਾਂ ਦੇ ਬਾਰੇ ਤੁਸੀਂ ਜਿਹੜੇ ਚੰਦੂਣੀ ਸਾਹਿਬ ਹੈਗੇ ਆ, ਜਦੋਂ ਚੰਦੂਣੀ ਸਾਹਿਬ 'ਤੇ ਉਹਨਾਂ ਨੇ ਇਲਜ਼ਾਮ ਲਾਇਆ ਸੀਗਾ ਕਿ ਉਹ ਕਾਂਗਰਸ ਦੇ ਹੱਥੀਂ ਵਿਕ ਗਏ ਆ, ਉਹ ਪਾਰਟੀਆਂ ਨੂੰ ਜਾ ਕੇ ਮਿਲੇ ਆ। ਸੋ ਉਹਨਾਂ ਦੇ ਬਾਰੇ ਸ਼ਿਵ ਕੁਮਾਰ ਕੱਕਾ ਜੀ ਦੇ ਬਾਰੇ ਤੁਸੀਂ ਚੰਦੂਣੀ ਸਾਹਿਬ ਦਾ ਜਿਹੜਾ ਇਹ ਬਿਆਨ ਆ ਜਿਹੜਾ ਅਖਬਾਰ ਦੇ ਵਿੱਚ ਲੱਗਿਆ, ਇਹ ਤੁਸੀਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ ਕਿ ਚੰਦੂਣੀ ਸਾਹਿਬ ਖੁਦ ਕਹਿ ਰਹੇ ਆ ਕਿ ਸ਼ਿਵ ਕੁਮਾਰ ਕੱਕਾ ਜਿਹੜੇ ਹੈਗੇ ਆ ਰਾਸ਼ਟਰੀ ਸਮੇਂ ਸਹਿਯੋਗ ਸੰਘ RSS ਦੇ ਜਿਹੜੇ ਸਪੋਰਟਰ ਹੈਗੇ ਆ। ਸੋ ਇਹ ਜਿਹੜੇ ਹੁਣ ਕੱਕਾ ਜੀ ਹੈਗੇ ਆ, ਇਹ ਤਾਂ ਹੋ ਗਈ ਚੰਦੂਣੀ ਦੀ ਗੱਲ। ਉਸ ਤੋਂ ਬਾਅਦ ਆਪਾਂ ਅੱਗੇ ਹੋਰ ਗੱਲਬਾਤ ਕਰਦੇ ਹਾਂ ਕਿ ਇਹ ਜਿਹੜੀ ਹਿੰਦੀ ਦੀ ਨਿਊਜ਼ ਜਿਹੜੀ ਹੈਗੀ ਆ, ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 20 ਦਸੰਬਰ 2010 ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਤੇ ਜਿਹੜਾ ਹੈਗਾ ਉੱਥੇ ਕਿਸਾਨਾਂ ਦਾ ਇੱਕ ਪ੍ਰੋਟੈਸਟ ਚੱਲਿਆ ਸੀਗਾ, ਅਤੇ ਉਸ ਦੇ ਵਿੱਚ ਤੁਸੀਂ ਅੱਗੇ ਜਾ ਕੇ ਪੜ੍ਹ ਸਕਦੇ ਹੋ ਕਿ उस समय RSS के अनुसांगी किसान संगठन भारतीय किसान संघ की मध्य प्रांत के इकाई अध्यक्ष के रूप में कक्का जी ने मोर्चा संभाला था। इसी आंदोलन में शिव कुमार शर्मा उर्फ कक्का जी को एक नई पहचान भी दी थी। ये ਜਿਹੜੀਆਂ ਹੈਗੀਆਂ ਇਹ ਹਿੰਦੀ ਦੇ ਵਿੱਚ ਤੁਸੀਂ ਜਿਹੜਾ ਇਹ ਪੜ੍ਹ ਸਕਦੇ ਆ। ਫਿਰ ਇਹ ਜਿਹੜੀ ਹੈਗੀ ਆ ਇੰਗਲਿਸ਼ ਦੀ ਇੱਕ ਨਿਊਜ਼ ਜਿਹੜੀ ਹੈਗੀ ਆ ਨਿਊਜ਼ 18 ਦੀ ਜਿਹੜੀ ਪੁਰਾਣੀ ਨਿਊਜ਼ ਹੈਗੀ ਆ, ਇਸ ਦੇ ਬਾਰੇ ਇਹਦੇ ਵਿੱਚ ਤੁਸੀਂ ਕੱਕਾ ਜੀ ਬਾਰੇ ਪੜ੍ਹ ਸਕਦੇ ਆ ਕਿ ਜਿਹੜੇ ਇਹਨਾਂ ਦੇ ਲੀਡਰ ਆ ਉਹ ਕੱਕਾ ਉਹ ਕੌਣ ਆ। ਇਹਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੋਇਆ ਕਿ 1998 ਤੋਂ ਜਦੋਂ RSS ਬੈਕ ਜਿਹੜੀ ਭਾਰਤੀ ਕਿਸਾਨ ਸੰਘ ਜਿਹੜੀ ਸੀਗੀ, ਜਦੋਂ ਸ਼ਿਵ ਕੁਮਾਰ ਕੱਕਾ ਨੇ ਉਸ ਨੂੰ ਜੁਆਇਨ ਕੀਤਾ, 2 ਸਾਲ ਤੱਕ ਉਹ ਉਸ ਦੇ ਵਿੱਚ ਕੰਮ ਕਰਦੇ ਰਹੇ। ਔਰ ਫਿਰ ਉਹ ਕਹਿੰਦੇ ਆ ਕਿ 2 ਸਾਲ ਤੱਕ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਇਹ ਜਿਹੜਾ ਸੰਘ ਹੈਗਾ BKS ਜਿਹੜਾ ਭਾਰਤੀ ਕਿਸਾਨ ਸੰਘ ਆ, ਇਹ RSS ਦੇ ਅੰਡਰ ਕੰਮ ਕਰਦਾ ਜਾਂ RSS ਦਾ ਬਣਾਇਆ ਹੋਇਆ ਹੈਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਕਹਿੰਦੇ ਵੀ 2 ਸਾਲ ਤੱਕ ਮੈਨੂੰ ਪਤਾ ਨਹੀਂ ਸੀਗਾ, ਇਸ ਕਰਕੇ ਮੈਂ ਅਣਜਾਣਪੁਣੀ 'ਚ ਇਹਦੇ ਵਿੱਚ ਕੰਮ ਕਰ ਗਿਆ। ਪਰ ਲਾਸਟ ਜੋ 2 ਲਾਈਨਾਂ ਲਿਖੀਆਂ ਉਹ ਪੜ੍ਹਨ ਵਾਲੀਆਂ, ਬਟ ਦੈਟ ਡਿਡਨਟ ਸਟਾਪ ਹਿਮ ਫॉर वर्किंग फॉर द ਸੰਘ ਐਫੀਲੀਏਟ ਫॉर द 9 more ईयर। ਪਹਿਲੇ 2 ਸਾਲ ਤਾਂ ਗਲਤ ਫਹਿਮੀ 'ਚ ਕੰਮ ਕਰ ਲਿਆ, ਨਹੀਂ ਪਤਾ ਸੀ, ਪਰ ਉਸ ਤੋਂ ਬਾਅਦ ਵੀ ਉਹ 9 ਸਾਲ ਉਸ ਭਾਰਤੀ ਕਿਸਾਨ ਸੰਘ ਦੇ ਲਈ ਕੰਮ ਕਰਦੇ ਰਹੇ, ਜਿਹੜਾ ਕਿ RSS ਦੇ ਅੰਡਰ ਕੰਮ ਕਰਦਾ ਸੀ। ਹੁਣ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ 11 ਸਾਲ ਸੰਘ ਦੇ ਨਾਲ ਬੰਦਾ ਕੰਮ ਕਰਨ ਵਾਲਾ, RSS ਦੇ ਅੰਡਰ ਜਿਹੜਾ ਬੰਦਾ ਕੰਮ ਕਰਨ ਵਾਲਾ, ਉਹਦੀਆਂ ਭਾਵਨਾਵਾਂ ਜਾਗ ਸਕਦੀਆਂ, ਉਹ ਦੁਬਾਰਾ ਉਹਨਾਂ ਨੂੰ ਛੱਡ ਕੇ RSS ਨੂੰ ਛੱਡ ਕੇ ਉਹ ਕਿਸਾਨਾਂ ਦੇ ਨਾਲ ਖੜ ਸਕਦਾ, ਕਿਸਾਨਾਂ ਦੇ ਨਾਲ ਆ ਸਕਦਾ ਔਰ ਕਿਸਾਨਾਂ ਦਾ ਲੀਡਰ ਵੀ ਬਣ ਸਕਦਾ। ਪਰ 20 ਦਿਨ ਸਨੀ ਦਿਓਲ ਦੇ ਨਾਲ ਪ੍ਰਚਾਰ ਕਰਨ ਦਾ ਕਰਕੇ, ਸਨੀ ਦਿਓਲ ਦੇ ਨਾਲ ਰਹਿਣ ਦਾ ਕਰਕੇ ਦੀਪ ਸਿੱਧੂ ਗਦਾਰ ਹੋ ਜਾਂਦਾ,
ਉਸ ਦਾ ਨਾਮ ਲੈਣਾ ਵੀ ਕਿਸੇ ਇਹਨਾਂ ਦੇ ਸਟੇਜ ਤੋਂ ਕਿਸੇ ਉਹ ਨਫ਼ਰਤ ਨਾਲ ਦੇਖਿਆ ਜਾਂਦਾ ਕਿ ਉਸ ਦਾ ਨਾਂ ਇੱਥੇ ਕਿਉਂ ਲਿਆ ਜਾਂਦਾ। ਕੀ ਸਿਰਫ ਇਸੇ ਕਰਕੇ ਕਿ ਉਹ ਪੰਜਾਬ ਦਾ ਇੱਕ ਨੌਜਵਾਨ ਲੀਡਰ ਜਿਹੜਾ ਹੈਗਾ, ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਦਾ ਉਹ। ਇਹ ਤੁਸੀਂ ਆਪ ਦੇਖ ਸਕਦੇ ਹੋ ਕਿ 11 ਸਾਲ RSS ਦੇ ਨਾਲ ਕੰਮ ਕਰਨ ਵਾਲਾ ਸ਼ਿਵ ਕੁਮਾਰ ਚੱਕਾ ਸੰਯੁਕਤ ਮੋਰਚੇ ਦੇ ਮੇਨ ਲੀਡਰਾਂ ਦੇ ਵਿੱਚ ਉਹ ਸ਼ਾਮਲ ਹੋ ਸਕਦਾ। ਔਰ ਇਹਨਾਂ ਦੇ ਖੁਦ ਦੇ ਲੀਡਰ ਜਿਹੜੇ ਹੈਗੇ ਆ ਉਹ ਕਹਿੰਦੇ ਆ, ਚੰਦੂਣੀ ਦਾ ਬਿਆਨ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕਿ ਚੰਦੂਣੀ ਕਹਿੰਦਾ ਕਿ RSS ਦਾ ਸਪੋਰਟਰ ਆ ਉਹ, ਇਹਨਾਂ ਨੂੰ ਪਤਾ ਵੀ ਆ, ਪਰ ਫਿਰ ਵੀ ਉਸ 'ਤੇ ਇਹਨਾਂ ਨੂੰ ਲੀਡਰਾਂ ਨੂੰ ਕੋਈ ਇਤਰਾਜ਼ ਨਹੀਂ ਗਾ, ਉਹ ਇਹਨਾਂ ਦੇ ਨਾਲ ਬੈਠ ਸਕਦੇ ਆ, ਉਹ ਕਰ ਸਕਦੇ ਆ। ਦੂਸਰੇ ਬੰਨੇ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣੀ ਚਾਹੁੰਦਾ ਕਿ ਇਹ ਮਨਜੀਤ ਸਿੰਘ ਰਾਏ ਜਿਹੜਾ ਹੈਗਾ, ਇਸ ਨੇ ਜਦੋਂ ਲੱਖੇ ਸਿਧਾਣੇ ਨੇ ਸੁਖਬੀਰ ਬਾਦਲ ਦਾ ਜਦੋਂ ਉੱਥੇ ਫਤਿਹਗੜ੍ਹ ਸਾਹਿਬ ਜਦੋਂ ਨੌਜਵਾਨਾਂ ਨੇ ਵਿਰੋਧ ਕੀਤਾ ਸੀਗਾ ਅਤੇ ਲੱਖੇ ਸਿਧਾਣੇ ਨੇ ਉਹਨਾਂ ਨੌਜਵਾਨਾਂ ਦੀ ਸਪੋਰਟ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਤੁਸੀਂ ਇਸ ਬੰਦੇ ਦੀ ਵੀਡੀਓ ਇੱਕ ਦੇਖੀ ਹੋਊਗੀ ਸੋਸ਼ਲ ਮੀਡੀਆ ਦੇ ਉੱਪਰ ਕਿ ਇਹ ਸਟੇਜ ਤੋਂ, ਸੰਯੁਕਤ ਮੋਰਚੇ ਦੀ ਸਟੇਜ ਤੋਂ ਇਹ ਲੱਖੇ ਸਿਧਾਣੇ ਦੇ ਖਿਲਾਫ ਬੋਲ ਰਿਹਾ। ਔਰ ਜਿਹੜੇ ਹੈਗੇ ਆ ਆਪਣੇ ਬਾਦਲਾਂ ਦੀ ਉੱਥੇ ਤਾਰੀਫ ਕਰ ਰਿਹਾ, ਉੱਥੇ ਕਹਿ ਰਿਹਾ ਕਿ ਬਾਦਲਾਂ ਨੇ ਉੱਥੇ ਜਿਹੜੇ ਬਿਜਲੀ ਦੇ ਬਿੱਲ ਮਾਫ ਕਰਾਤੇ, ਉਹਨਾਂ ਨੇ ਕੀ ਮਾੜਾ ਕਰਤਾ। ਸੋ ਇਹ ਜਿਹੜਾ ਇਹਨਾਂ ਦੇ ਨਾਲ ਕਿਸਾਨ ਲੀਡਰਾਂ ਦੇ ਨਾਲ ਸੰਯੁਕਤ ਮੋਰਚੇ ਦੀ ਸਟੇਜ ਤੋਂ ਬੋਲ ਵੀ ਸਕਦਾ, ਇਹਨਾਂ ਦੇ ਨਾਲ ਮੀਟਿੰਗਾਂ 'ਚ ਵੀ ਬੈਠ ਸਕਦਾ। ਔਰ ਇਹਦੀ ਮੈਂ ਤੁਹਾਨੂੰ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਫੋਟੋ ਦਿਖਾਉਣ ਜਾ ਰਿਹਾ ਉਹ ਤੁਸੀਂ ਧਿਆਨ ਨਾਲ ਦੇਖਿਓ। ਇਹਦੀ ਖੁਦ ਦੀ ਜਿਹੜੀ ਆਪਣੀ ਦੀ ਜਿਹੜੀ ਪੋਸਟ ਜਿਹੜੀ ਪਾਈ ਹੋਈ ਹੈਗੀ ਆ, ਇਹ ਤੁਸੀਂ ਆਪਣੀ ਦੇਖਿਓ ਕਿ 7 ਜੁਲਾਈ 2020 'ਚ ਇਹ ਖੁਦ ਬੰਦਾ ਪੋਸਟ ਪਾ ਕੇ ਆਪਣੀ ਫੇਸਬੁੱਕ 'ਤੇ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਹੁਸ਼ਿਆਰਪੁਰ ਸਰਕਲ ਪ੍ਰਧਾਨ ਬਣਾਉਣ 'ਤੇ ਮੇਰੇ ਵੱਲੋਂ ਜਾਣੀ ਕਿ ਮਨਜੀਤ ਸਿੰਘ ਰਾਏ ਵੱਲੋਂ ਹਾਈ ਕਮਾਂਡ ਦਾ ਕੋਟ ਧੰਨਵਾਦ। 7 ਜੁਲਾਈ 2020 'ਚ ਜਦੋਂ ਉੱਥੋਂ ਜਿਹੜੇ ਆਰਡੀਨੈਂਸ ਜਿਹੜੇ ਆ ਚੁੱਕੇ ਸੀਗੇ ਮਈ ਦੇ ਵਿੱਚ, ਉਹ ਜਿਹੜੇ ਆਰਡੀਨੈਂਸ ਮੈਨੂੰ ਲੱਗਦਾ ਉੱਥੋਂ ਜਿਹੜੇ ਇਹ ਬਿੱਲਾਂ ਦੇ ਜਿਹੜੇ ਆਉਂਦੇ ਆ, ਉਸ ਤੋਂ ਬਾਅਦ ਰੌਣਾ ਪੈਣਾ ਸ਼ੁਰੂ ਹੋ ਜਾਂਦਾ। ਔਰ ਜੁਲਾਈ ਦੇ ਵਿੱਚ ਇਹ ਬੰਦਾ ਉਹਦਾ ਹੁਸ਼ਿਆਰਪੁਰ ਦਾ ਜਿਹੜਾ ਸਰਕਲ ਦਾ ਜਿਹੜਾ ਪ੍ਰਧਾਨ ਬਣਦਾ ਔਰ ਬਾਦਲਾਂ ਵੱਲੋਂ ਪ੍ਰਧਾਨ ਬਣਾਇਆ ਜਾਂਦਾ, ਇਹ ਪੋਸਟ ਪਾਉਂਦਾ। ਇਹ ਬੰਦਾ ਇਹਨਾਂ ਦੀ ਸਟੇਜ 'ਤੇ ਬੈਠ ਸਕਦਾ, ਇਹਨਾਂ ਦੇ ਨਾਲ ਮੀਟਿੰਗਾਂ 'ਚ ਸ਼ਾਮਲ ਹੋ ਸਕਦੇ ਆ, ਪਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨਹੀਂ ਹੋ ਸਕਦੇ ਕਿਉਂਕਿ ਉਹ ਪੰਜਾਬੀਅਤ ਦੀ ਗੱਲ ਕਰਦੇ ਆ, ਪੰਜਾਬ ਦੀ ਗੱਲ ਕਰਦੇ ਆ। ਸੋ ਮੈਂ ਜਿਹੜੇ ਆਪਣੇ ਵੀਰ ਜਿਹੜੇ ਹੈਗੇ ਆ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਜਥੇਬੰਦੀਆਂ ਹੈਗੀਆਂ, ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਵੀਰ ਹੈਗੇ ਆ, ਜਿਹੜੇ ਜਦੋਂ ਲੀਡਰਾਂ ਨੂੰ ਸਵਾਲ ਕਰਦੇ ਆ ਤਾਂ ਉਹ ਇਸੇ ਗੱਲ ਤੋਂ ਦੁਖੀ ਹੋ ਜਾਂਦੇ ਕਿ ਤੁਸੀਂ ਨਾ ਲੀਡਰਾਂ ਨੂੰ ਸਵਾਲ ਕਿਉਂ ਕਰਦੇ ਆ। ਸੋ ਤੁਸੀਂ ਇਹ ਜਿਹੜੀ ਸਾਰੀਆਂ ਚੀਜ਼ਾਂ ਹੈਗੀਆਂ ਖੁਦ ਆਪ ਦੇਖ ਕੇ ਡਿਸਾਈਡ ਕਰੋ ਕਿ ਇਹ ਜਿਹੜੇ ਹੈਗਾ ਸੰਯੁਕਤ ਮੋਰਚੇ ਦੇ ਵਿੱਚ ਕੀ ਹੋ ਰਿਹਾ, ਕੀ ਪਲੈਨਿੰਗ ਚੱਲ ਰਹੀ ਹੈ, ਕੌਣ ਪਿੱਛੇ ਹੈਗਾ, ਇਹ ਸਾਰੀਆਂ ਚੀਜ਼ਾਂ ਦੀ ਸਾਜ਼ਿਸ਼ ਦੇ ਪਿੱਛੇ ਹੈ ਕੌਣ ਆ। ਹੁਣ ਮੈਂ ਤੁਹਾਨੂੰ ਕੁਝ ਹੋਰ ਵੀ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਜਿਹੜੀਆਂ ਵੀਡੀਓ ਜਿਹੜੀਆਂ ਦਿਖਾਉਣੀਆਂ ਚਾਹੁੰਦਾ। ਇਹਨਾਂ ਦੇ ਜਿਹੜੇ ਗਦਾਰੀ ਦਾ ਟੈਗ ਦੂਜਾ ਜਿਹੜੀ ਸਟੇਜ ਆ ਨਾ, ਇਹ ਸੰਯੁਕਤ ਰਾਸ਼ਟਰ ਦੀ ਸਟੇਜ ਆ, ਇੱਥੇ ਨਾ। ਹੁਣ ਮੈਂ ਤੁਹਾਨੂੰ ਇੱਥੇ ਇੱਕ ਵੀਡੀਓ ਦਿਖਾਉਣਾ, ਤੁਸੀਂ ਇਹ ਦੇਖਿਓ ਕਿ ਇਹ ਹਾਲਾਂਕਿ ਇਹ ਵੀਡੀਓ ਮੈਂ ਤਾਂ ਇਸ ਵੀਡੀਓ ਦੇ ਬਾਰੇ ਪਹਿਲਾਂ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਜਿਹੜੀ ਇਹ ਵੀਡੀਓ ਹੈਗੀ ਹੈ ਬਤਾ ਰਹੇ ਹੈ, ਇਹ ਵੀਡੀਓ ਤੇ ਮੈਂ ਤੁਹਾਨੂੰ ਥੋੜਾ ਕਲੀਅਰ ਕਰਦਾ ਕਿ ਇਹ ਵੀਡੀਓ ਪੁਰਾਣੀ ਹੈਗੀ ਆ। ਇਹ ਮੈਂ ਇਹ ਕਹਿ ਕੇ ਨਹੀਂ ਤੁਹਾਨੂੰ ਦਿਖਾ ਰਿਹਾ ਕਿ ਹੁਣ ਦੀ ਵੀਡੀਓ ਆ, ਇਹ ਪੁਰਾਣੀ ਵੀਡੀਓ ਹੈਗੀ ਆ। ਪਰ ਇਸ ਦੇ ਵਿੱਚ ਤੁਸੀਂ ਚੰਦੂਣੀ ਸਾਹਿਬ ਤੋਂ ਖੁਦ ਸੁਣ ਸਕਦੇ ਹੋ ਕਿ ਜੋ ਰਾਕੇਸ਼ ਟਕੈਤ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਚੰਦੂਣੀ ਸਾਹਿਬ ਦੇ ਕੀ ਵਿਚਾਰ ਆ, ਉਹ ਕੀ ਕਹਿ ਰਹੇ ਆ। ਤੁਸੀਂ ਇਹ ਵੀਡੀਓ ਜਿਹੜੀ खुद सुनो। टिकैत साहब जो है वो बीजेपी की गोदी में बैठे हैं, उनका हरियाणा का प्रधान बीजेपी की गोदी में बैठा है। मेरे ऊपर टिकैत साहब ने 2 मुकदमे दर्ज करवाए हुए हैं, एक करनाल कोर्ट के अंदर और एक बुटाना थाने में, जो आज भी मौजूद है। और उन्होंने कहा कि गुरनाम सिंह ने बादशाह मेरे को चलवाने के लिए जाम लगाया। जाम क्यों लगाया, मुकदमा दर्ज करो। सरकार मुकदमा दर्ज करती है तो अलग बात है, ये टिकैत जैसे लोग भी मेरे ऊपर मुकदमा दर्ज करवा रहे हैं। मेरी बेनती है, मुझे एलर्जी नहीं है किसी से, मैं धन्यवादी उनका स्वागत करता हूं उनका, वो भी अच्छा काम कर रहे हैं, करें। टिकैत साहब से मेरे को कोई दुश्मनी नहीं है, लेकिन मेरी प्रार्थना ये है कि ये आंदोलन जो है इसको कोई बेचे ना और सरकार की इन चालों में ना फंसे। टिकैत साहब भी आज पता चला है कि वो इस आंदोलन को अपना आंदोलन बता रहे हैं।
जबकि टिकैत साहब जो है वो बीजेपी की गोदी में बैठे हैं, उनका हरियाणा का प्रधान बीजेपी की गोदी में बैठा है। मेरे ऊपर टिकैत साहब ने 2 मुकदमे दर्ज करवाए हुए हैं, एक करनाल कोर्ट के अंदर और एक बुटाना थाने में, जो आज भी मौजूद है। और उन्होंने कहा कि गुरनाम सिंह ने बादशाह मेरे को चलवाने के लिए जाम लगाया। जाम क्यों लगाया? मुकदमा दर्ज करो। सरकार मुकदमा दर्ज करती है तो अलग बात है, ये टिकैत जैसे लोग भी मेरे ऊपर मुकदमा दर्ज करवा रहे हैं। मेरी बेनती है, मुझे एलर्जी नहीं है किसी से, मैं धन्यवादी उनका स्वागत करता हूं उनका, वो भी अच्छा काम कर रहे हैं, करें। टिकैत साहब से मेरे को कोई दुश्मनी नहीं है, लेकिन मेरी प्रार्थना ये है कि ये आंदोलन जो है इसको कोई बेचे ना और सरकार की इन चालों में ना फंसे। टिकैत साहब भी आज पता चला है कि वो इस आंदोलन को अपना आंदोलन बता रहे हैं, जबकि टिकैत साहब जो है वो ਸੋ ਇਹ ਤੁਸੀਂ ਵੀਡੀਓ ਦੇਖੀ ਹੈ। ਹਾਲਾਂਕਿ ਇਹ ਵੀਡੀਓ ਪੁਰਾਣੀ ਹੈ, ਪਰ ਗੱਲ ਸਵਾਲ ਉੱਥੇ ਉਹੀ ਆਣ ਕੇ ਖੜਾ ਹੁੰਦਾ ਕਿ ਚੰਦੂਣੀ ਸਾਹਿਬ ਖੁਦ ਕਹਿ ਰਹੇ ਆ ਕਿ ਰਕੇਸ਼ ਟਕੈਤ ਜਿਹੜਾ ਬੀਜੇਪੀ ਦੀ ਗੋਦੀ 'ਚ ਬੈਠਾ, ਹਰਿਆਣਾ ਦਾ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਆ, ਉਹ ਬੀਜੇਪੀ ਦੀ ਗੋਦੀ 'ਚ ਬੈਠਾ। ਟਕੈਤ ਸਾਹਿਬ ਜਾਂ ਉਹਨਾਂ ਦੇ ਜਿਹੜੇ ਹੋਰ ਲੀਡਰ ਜਿਹੜੇ ਹੈਗੇ ਆ, ਕੋਈ ਵੀ ਆ, ਉਹ ਬੀਜੇਪੀ ਦੇ ਨਾਲ ਉਹਨਾਂ ਦੇ ਨਾਲ ਗੋਦੀ 'ਚ ਵੀ ਬੈਠ ਸਕਦੇ ਆ, ਉਹਨਾਂ ਦੇ ਨਾਲ ਸੰਬੰਧ ਹੋਣ ਦੇ ਬਾਵਜੂਦ ਵੀ ਉਹ ਇਸ ਸੰਘਰਸ਼ 'ਚ ਸ਼ਾਮਲ ਹੋ ਸਕਦੇ ਆ। ਪਰ ਲੱਖਾ ਸਿਧਾਣਾ ਤੇ ਦੀਪ ਸਿੱਧੂ ਜਾਂ ਹੋਰ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਆ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਆ, ਜਾਂ ਜਿਵੇਂ ਆ ਜਿਹੜੀ ਦੁਆਬਾ ਆਜ਼ਾਦ ਦੁਆਬਾ ਜਿਹੜੀ ਕਮੇਟੀ ਜਿਹੜੀ ਹੈਗੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਸੋ ਜਾਂ ਜਿਹੜੇ ਹੈਗੇ ਆ ਸੁਰਜੀਤ ਫੂਲ ਦੀ ਜਿਹੜੀ ਹੈਗੀ ਆ, ਉਸ 'ਤੇ ਵੀ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਜਥੇਬੰਦੀ ਜਿਹੜੀ ਹੈਗੀ ਉਹਨਾਂ ਨੂੰ ਵੀ ਸਸਪੈਂਡ ਜਿਹੜਾ ਕੀਤਾ ਗਿਆ ਸੰਯੁਕਤ ਮੋਰਚੇ ਦੇ ਵਿੱਚੋਂ। ਉਹਨਾਂ ਨੂੰ ਕਿਉਂ ਕੀਤਾ ਗਿਆ ਉਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ। ਸੋ ਇਹ ਤੁਸੀਂ ਦੇਖੋ ਕਿ ਆ ਕਿਸ ਤਰੀਕੇ ਨਾਲ ਕੀ ਸਾਜ਼ਿਸ਼ਾਂ ਉੱਤੇ ਚੱਲ ਰਹੀਆਂ, ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੀ ਗੱਲ ਕਰਨ ਵਾਲੇ ਜਿਹੜੇ ਪੰਜਾਬ ਦੇ ਲੀਡਰ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਇੱਕ ਕਰਕੇ ਪਹਿਲਾਂ ਉਹਨਾਂ ਲੋਕਾਂ ਨੂੰ ਪਾਸੇ ਕੀਤਾ ਗਿਆ। ਔਰ ਤੁਸੀਂ ਟਾਈਮਿੰਗ ਜਿਹੜੀ ਹੈਗੀ ਇਹ ਚੀਜ਼ ਖੁਦ ਦੇਖ ਸਕਦੇ ਹੋ ਕਿ ਜਦੋਂ ਦੀਪ ਸਿੱਧੂ, ਲੱਖਾ ਸਿਧਾਣਾ ਜਾਂ ਹੋਰ ਜਿਹੜੇ ਹੈਗੀਆਂ ਜਥੇਬੰਦੀਆਂ, ਜਦੋਂ ਉਹਨਾਂ ਨੂੰ ਗਦਾਰ ਸਰਟੀਫਿਕੇਟ ਦਿੱਤਾ ਜਾਂਦਾ, ਪਾਸੇ ਕਰ ਦਿੱਤਾ ਜਾਂਦਾ, ਅਤੇ ਉਸ ਤੋਂ ਕਿੱਡੀ ਛੇਤੀ ਬਾਅਦ 'ਚ ਜਿਹੜੇ ਤੁਸੀਂ ਉੱਥੇ ਦੇਖਿਆ ਕਿ ਜਿਹੜੀਆਂ ਯੂਪੀ ਦੀਆਂ ਸਟੇਜਾਂ, ਗਾਜ਼ੀਆਪੁਰ ਦੀ ਸਟੇਜ ਆ, ਉੱਥੇ ਕਿੱਦਾਂ ਉੱਥੇ ਸਾਰੇ ਧੜਾ ਧੜ ਸਾਰੇ ਲੀਡਰ ਆਉਣੇ ਸ਼ੁਰੂ ਹੋ ਜਾਂਦੇ ਆ। ਸੁਖਬੀਰ ਬਾਦਲ ਆ ਜਾਂਦਾ, ਕੇਜਰੀਵਾਲ ਆ ਜਾਂਦਾ, ਹੋਰ ਉੱਥੇ ਲੀਡਰ ਆਉਂਦੇ ਆ, ਧੜਾ ਧੜ ਸਾਰੇ ਉੱਥੇ ਲੀਡਰ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਇਸ ਤੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਜੇ ਇਹ ਸਾਰੀਆਂ ਗੱਲਾਂ ਦੇਖ ਕੇ ਵੀ ਤੁਸੀਂ ਚੁੱਪ ਰਹਿਣਾ ਚਾਹੁੰਦੇ ਹੋ, ਅੱਖਾਂ ਬੰਦ ਰੱਖਣੀਆਂ ਚਾਹੁੰਦੇ ਹੋ, ਸੋ ਫਿਰ ਕਿਤੇ ਨਾ ਕਿਤੇ ਠੀਕ ਤੁਹਾਡਾ ਰੋਲ ਜਿਹੜਾ ਉਹੀ ਹੋਊਗਾ ਕਿ ਜਿਵੇਂ ਕਬੂਤਰ ਇੱਕ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ ਔਰ ਇਹ ਸੋਚਦਾ ਕਿ ਸ਼ਾਇਦ ਮੇਰੀਆਂ ਅੱਖਾਂ ਮੀਚਣ ਦੇ ਨਾਲ ਇਹ ਜਿਹੜਾ ਖਤਰਾ ਟਲ ਜੂਗਾ, ਤਾਂ ਫਿਰ ਉਸ ਦਾ ਕਬੂਤਰ ਦਾ ਕੀ ਹਾਲਾਤ ਹੁੰਦਾ ਉਹ ਆਪਾਂ ਨੂੰ ਪਤਾ ਹੀ ਹੈ। ਸੋ ਜੇ ਆਪਾਂ ਇਹ ਸਾਰੀਆਂ ਗੱਲਾਂ ਦੇਖ ਕੇ, ਸਾਰਾ ਕੁਝ ਸਾਹਮਣੇ ਤੁਹਾਡੇ ਚੀਜ਼ਾਂ ਪਈਆਂ, ਸਾਰਾ ਕੁਝ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਦਿਖਾ ਵੀ ਰਹੇ ਹਾਂ, ਜੇ ਫਿਰ ਵੀ ਤੁਸੀਂ ਅੱਖਾਂ ਬੰਦ ਕਰਕੇ ਇਹੀ ਕਹਿਣਾ ਕਿ ਜਿਹੜੇ ਬੰਦੇ ਗੱਲਾਂ ਕਰਨ ਵਾਲੇ ਆ, ਸਵਾਲ ਕਰਨ ਵਾਲੇ ਆ, ਕਿਸਾਨ ਵਿਰੋਧੀ ਆ ਜਾਂ ਅੰਦੋਲਨ ਦੇ ਵਿਰੋਧੀ ਆ ਜਾਂ ਲੀਡਰਾਂ ਦੇ ਵਿੱਚ ਫੁੱਟ ਪਾਉਂਦੇ ਆ, ਅਤੇ ਫਿਰ ਇਸ ਜਿਹੜਾ ਅੰਦੋਲਨ ਦਾ ਜਿਹੜਾ ਉਹ ਰੱਬ ਹੀ ਰਾਖਾ, ਫਿਰ ਇਸ ਅੰਦੋਲਨ 'ਚੋਂ ਕੀ ਆਪਾਂ ਨੂੰ ਪ੍ਰਾਪਤੀ ਹੋ ਸਕਦੀ ਆ ਔਰ ਕੀ ਆਪਾਂ ਇਸ 'ਚੋਂ ਲੈ ਸਕਦੇ ਹਾਂ, ਇਹਦੇ ਜਿਹੜੇ ਸਹਿਜ ਜਿਹੜਾ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ। ਸੋ ਹੁਣ ਜਿਹੜੀਆਂ ਹੋਰ ਵੀ ਤੁਹਾਡੇ ਨਾਲ ਜਿਹੜੀਆਂ ਵੀਡੀਓ ਸਾਂਝੀ ਕਰਦਾ, ਜਿਹੜੀਆਂ ਅੱਗੇ ਜਿਹੜੀਆਂ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਸਰਟੀਫਿਕੇਟ ਜਾਰੀ ਕਰਨ ਦੀਆਂ ਗੱਲਾਂ ਜਾਂ ਉਹਨਾਂ ਨੂੰ ਜਿਹੜੇ ਜਥੇਬੰਦੀਆਂ ਨੂੰ ਜਿਹੜਾ ਉੱਥੋਂ ਬਾਹਰ ਕੀਤਾ ਗਿਆ, ਆਪਾਂ ਦੀ ਗੱਲਬਾਤ ਕੀਤੀ ਆ। ਹੁਣ ਦੀਪ ਸਿੱਧੂ ਦੇ ਬਾਰੇ ਵਾਰ-ਵਾਰ ਜਿਹੜਾ ਇਹ ਹਮੇਸ਼ਾ ਜਿਹੜਾ ਇਹੀ ਕਿਹਾ ਜਾਂਦਾ ਰਿਹਾ ਕਿ ਜਿਹੜਾ ਦੀਪ ਸਿੱਧੂ ਆ ਉਸ ਨੂੰ ਇਸ ਕਰਕੇ ਪਾਸੇ ਰੱਖਿਆ ਜਾ ਰਿਹਾ ਕਿ ਉਹਦੀਆਂ ਜਿਹੜੀਆਂ ਸਨੀ ਦਿਓਲ ਦੇ ਨਾਲ ਜਾਂ ਨਰਿੰਦਰ ਮੋਦੀ ਦੇ ਨਾਲ ਉਹਦੀਆਂ ਫੋਟੋਆਂ, ਅਤੇ ਸਾਨੂੰ ਉਹਦੇ 'ਤੇ ਡਾਊਟ ਆ ਕਿ ਉਹ RSS ਦੇ ਨਾਲ, ਉਹ BJP ਵਾਲਿਆਂ ਦੇ ਨਾਲ ਉਹਦੇ ਲਿੰਕ ਹੈਗੇ ਆ, BJP ਦਾ ਬੰਦਾ। ਸ਼ੁਰੂ ਤੋਂ ਇਹੀ ਕਿਹਾ ਜਾਂਦਾ ਰਿਹਾ। ਹਾਲਾਂਕਿ ਅਸੀਂ ਜਿਹੜੇ ਪਹਿਲਾਂ ਵੀ ਕਹਿੰਦੇ ਰਹੇ ਹਾਂ, ਵਾਰ-ਵਾਰ ਕਹਿੰਦੇ ਰਹੇ ਹਾਂ, ਜਾਂ ਹੋਰ ਵੀ ਜਿਹੜੇ ਸੂਝਵਾਨ ਜਿਹੜੇ ਹੈਗੇ ਆ ਬਾਹਰੋਂ ਬੈਠੇ ਵੀਰ ਜਿਹੜੇ ਹੈਗੇ ਉਹ ਕਹਿੰਦੇ ਰਹੇ ਆ ਕਿ ਇਸ ਦਾ ਜਿਹੜਾ ਕਾਰਨ ਇਹ ਹੈਗਾ ਕਿ ਜਿਹੜਾ ਦੀਪ ਸਿੱਧੂ ਹੈਗਾ, ਜਿਹੜੀ ਉਹਦੀ ਸੋਚ ਹੈ ਜਿਹੜੀ ਉਹ ਪੰਜਾਬ ਜਾਂ ਪੰਜਾਬ ਦੇ ਜਿਹੜੇ ਵੱਧ ਅਧਿਕਾਰਾਂ ਦੀ ਗੱਲ, ਜਾਂ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਿਹੜੀ ਉਹਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ, ਅਤੇ ਜਾਂ ਸਵਾਲ ਪੁੱਛਣ 'ਤੇ ਇੱਕ ਵਾਰ ਪੱਤਰਕਾਰਾਂ ਦੇ ਜਿੱਥੇ ਡਾਕਟਰ ਦਰਸ਼ਨਪਾਲ ਵੀ ਨਾਲ ਬੈਠੇ ਹੋਏ ਸੀਗੇ, ਪ੍ਰੈਸ ਕਾਨਫਰੰਸ ਸੀਗੀ, ਦੀਪ ਸਿੱਧੂ ਬੈਠੇ ਸੀਗੇ, ਲੱਖਾ ਸਿਧਾਣਾ ਬੈਠੇ ਸੀਗੇ, ਤੁਸੀਂ ਉਹ ਵੀਡੀਓ ਦੇਖੀ ਹੋਣੀ ਆ।
ਉਹਦੇ ਵਿੱਚ ਜਸ ਬਾਜਵਾ ਵੀ ਬੈਠਾ ਸੀਗਾ, ਉਹਦੇ ਵਿੱਚ ਰੁਪਿੰਦਰ ਹਾਂਡਾ ਵੀ ਸੀਗੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ, ਤੇ ਹੋਰ ਬਹੁਤ ਸਾਰੇ ਜਿਹੜੇ ਲੋਕ ਪਿੱਛੇ ਖੜੇ ਸੀਗੇ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਖਾਲਿਸਤਾਨ ਦੇ ਬਾਰੇ ਪੱਤਰਕਾਰਾਂ ਦੇ ਸਵਾਲ ਪੁੱਛਣ 'ਤੇ ਦੀਪ ਸਿੱਧੂ ਨੇ ਜਿਹੜਾ ਉਹਨਾਂ ਦੇ ਜਵਾਬ ਦਿੱਤਾ ਸੀਗਾ ਕਿ ਖਾਲਿਸਤਾਨ ਦੀ ਮੰਗ ਕਿਉਂ ਉੱਠਦੀ ਆ। ਉਹਨੇ ਸਿਰਫ ਇੰਨਾ ਹੀ ਕਿਹਾ ਸੀਗਾ ਕਿ ਜਦੋਂ ਸਰਕਾਰਾਂ ਧੱਕਾ ਕਰਦੀਆਂ, ਸਰਕਾਰਾਂ ਸਾਨੂੰ ਬਰਾਬਰ ਦੇ ਸ਼ਹਿਰੀ ਨਹੀਂ ਸਮਝਦੀਆਂ, ਸੋ ਜਦੋਂ ਉਹ ਇੱਕ ਵਖਰੇਵਾਂ ਜਦੋਂ ਸਾਡੇ ਵਿੱਚ ਕਰਦੀਆਂ, ਅਤੇ ਇਸ ਕਰਕੇ ਜਿਹੜੀ ਹੈਗੀ ਆ ਇਹ ਮੰਗ ਜਿਹੜੀ ਹੈਗੀ ਆ ਇੱਥੋਂ ਉੱਠਦੀ ਆ, ਲੋਕ ਮੰਗ ਕਰਦੇ ਆ। ਪਰ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਗਾ। ਜਿਹੜੇ ਉਹਨਾਂ ਦੇ ਪ੍ਰੋਗਰਾਮ ਕੋਈ ਕੀਤਾ ਸੀ, ਉਹਨਾਂ ਨੇ ਉੱਥੇ ਕੋਈ ਮੁੰਡੇ ਆਏ ਸੀ, ਉਹਨਾਂ ਨੇ ਖਾਲਿਸਤਾਨ ਦਾ ਨਾਅਰਾ ਲਾਇਆ ਸੀ। ਸੋ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ, ਉਹ ਆਏ ਆ ਉੱਥੇ ਨਾਅਰਾ ਲਾਇਆ, ਪਰ ਇਹ ਜਿਹੜੀ ਮੰਗ ਕਿਉਂ ਉੱਠਦੀ ਆ, ਸਿਰਫ ਅਤੇ ਸਿਰਫ ਇੰਨੀ ਗੱਲ ਕਰਨ ਦਾ ਕਰਕੇ ਜਿਹੜਾ ਉਸ ਨੂੰ ਇਹਨਾਂ ਨੇ ਸਮਝ ਲਿਆ ਕਿ ਇਹ ਤਾਂ ਖਾਲਿਸਤਾਨੀ ਆ। ਔਰ ਉਸੇ ਦਿਨ ਤੋਂ ਹੀ ਜਿਹੜੀ ਪਲੈਨਿੰਗ ਜਿਹੜੀ ਇਹਨਾਂ ਦੀ ਚੱਲ ਪਈ ਸੀਗੀ ਕਿ ਇਹਨੂੰ ਕਿੱਦਾਂ ਬਾਹਰ ਰੱਖਣਾ। ਔਰ ਉਸ ਦਾ ਬਹਾਨਾ ਕੀ ਲੱਭਿਆ ਗਿਆ, ਜਿਹੜੀਆਂ ਫੋਟੋਆਂ, ਉਹ ਫੋਟੋਆਂ ਦਾ ਬਹਾਨਾ ਲਾ ਕੇ ਜਿਹੜਾ ਪਾਸੇ ਕੀਤਾ ਗਿਆ। ਹੁਣ ਮੈਂ ਤੁਹਾਨੂੰ ਇੱਕ ਜਿਹੜੀ ਜੋਗਿੰਦਰ ਯਾਦਵ ਦੀ ਜਿਹੜੀ ਵੀਡੀਓ ਦਿਖਾਉਣ ਲੱਗਾ ਕਿ ਇਹ ਜੋਗਿੰਦਰ ਯਾਦਵ ਦੀ ਤੁਸੀਂ ਵੀਡੀਓ ਜਿਹੜੀ ਹੈਗੀ ਹੈ ਧਿਆਨ ਨਾਲ ਸੁਣਿਓ, ਜਿਹਦੇ ਵਿੱਚ ਉਹ ਖੁਦ ਇਸ ਗੱਲ ਨੂੰ ਦੱਸਦਾ ਕਿ ਅੱਜ ਤੋਂ 2.5 ਮਹੀਨੇ ਪਹਿਲਾਂ, ਉਦੋਂ 26 ਜਨਵਰੀ ਦਾ ਕੋਈ ਕਾਂਡ ਨਹੀਂ ਹੋਇਆ ਸੀ, ਉਦੋਂ ਦਿੱਲੀ ਹਜੇ ਆਏ ਨਹੀਂ ਸੀਗੇ। 2.5 ਮਹੀਨੇ ਪਹਿਲਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਲੀਡਰਾਂ ਨੇ ਜੋਗਿੰਦਰ ਯਾਦਵ ਨੂੰ ਫੋਨ ਕਰਕੇ ਉਹਨਾਂ ਨੇ ਕੀ ਕਿਹਾ ਸੀਗਾ। ਇਹ ਤੁਸੀਂ ਖੁਦ ਜਿਹੜੀ ਹੈਗੀ ਆ ਇਹ ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ कि ये जोगिंदर यादव की देओल उनके साथ है, दीप सिद्धू उनके साथ है। ये दीप सिद्धू हैं जो कि अपने अलगाववादी खालिस्तानी रुझान के लिए जाने जाते हैं। इस किसान आंदोलन में पहले दिन से जंप कर रहे हैं, जबकि अंबाला और पंजाब के बॉर्डर के ऊपर पहला बैरिकेड लगा था। दीप सिद्धू वहां पहुंचे थे, उन्होंने वहीं से अपना मोर्चा लगाया था और किसानों को कहा था कि मैं आपको समर्थक दूंगा। लेकिन पंजाब के जो किसान संगठन थे उन्होंने 4 महीना पहले कह दिया था नहीं, इस व्यक्ति का समर्थन हमें, इसको बाहर रखा। उसको उन्होंने बाहर रखा, पर्सोना नॉन ग्राटा जिसको अंग्रेजी में बोला जाता है, कि नहीं, इस बंदे को आने नहीं देना, इसे मंच नहीं देना, इसे बाहर रखना है। मुझे इसलिए पता है कि 2.5 महीना पहले कोई मेरे को न्योता आया इनसे, मैं तो इनके बारे में जानता नहीं था कि हम किसानों के समर्थक हैं, हम आपको बुलाना चाहते हैं। मैंने कहा ठीक है, मैं आ जाऊंगा। तो 2.5 महीना पहले मुझे पंजाब की किसान यूनियन का फोन आया, तुरंत कहते हुए हमारे साथियों का, ये आपने किस व्यक्ति को हाँ कर दिया, आपको उनके स्टेज पे बिल्कुल नहीं जाना चाहिए, ये अलगाववादी लोग हैं, इन खालिस्तानी रुझान है, इनसे बच के रहिए। इसलिए मुझे पता है ये दीप सिद्धू कल लाल किले में जाके खुराफात करवाने में सबसे आगे थे। अब ऐसा व्यक्ति जिसका रुझान बिल्कुल स्पष्ट है, जिसको किसान संगठन रिजेक्ट कर चुके हैं, उस व्यक्ति को लाल किले तक कैसे घुसने दिया गया, अंदर जाके कैसे, और लाल किले में बाकायदा वो माइक लेके किसी पब्लिक एड्रेस सिस्टम पे भाषण दे रहे हैं, ये कैसे हुआ, आप जरा सोचिए। तीसरा सच ये कि ये जानबूझकर तोड़फोड़ की कार्रवाई थी, सैबोटाज की कार्रवाई थी। जो लोग किसान संगठन को बदनाम करना चाहते थे, जो लोग किसान आंदोलन को नष्ट करना चाहते थे, उन लोगों की कार्रवाई थी। ये देशद्रोह भी है, किसान द्रोह भी है। सबक ये है कि किसान आंदोलन अब ऐसे लोगों के बारे में नरम या आंख मूंद के नहीं रह सकता, सिर्फ ये कह के नहीं रह सकता कि नहीं इनको मंच में बताने दो, ये यहां घूम रहे हैं, इनको घूमने दो। ऐसे कई लोग हैं, 2 का तो नाम कल आया, ऐसे कई लोग हैं जो कि किसान आंदोलन में जानबूझकर हिंसा फैलाने की कोशिश कर रहे हैं, जानबूझकर उग्रवाद को पनपा रहे हैं। अब किसान आंदोलन ऐसे लोगों को बर्दाश्त नहीं कर सकता, ऐसे लोगों को ठिकाने लगाना होगा, नहीं तो ये आंदोलन। ਹੁਣ ਤੁਸੀਂ ਇਹ ਜਿਹੜੀ ਜੋਗਿੰਦਰ ਯਾਦਵ ਦੀ ਜਿਹੜੀ ਵੀਡੀਓ ਤੁਸੀਂ ਖੁਦ ਸੁਣੀ ਆ, ਮੈਂ ਜਿਹੜੀਆਂ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਬਾਹਰ ਦੀਆਂ ਜਥੇਬੰਦੀਆਂ ਬੈਠੀਆਂ ਜਾਂ ਜਿਹੜੇ ਉੱਥੇ ਵੀ ਬੈਠੀਆਂ ਜਥੇਬੰਦੀਆਂ, ਜਿਹੜੇ ਲੋਕ ਇਹਨਾਂ ਨੂੰ ਸਪੋਰਟ ਕਰ ਰਹੇ ਆ, ਕਿ ਉਹ ਇਹ ਦੱਸਣਗੇ ਕਿ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਨੇ ਕਿਹੜਾ ਉਗਰਵਾਦ ਫੈਲਾਤਾ ਉੱਥੇ, ਜਿਹਦੇ ਵਿੱਚ ਉਹ ਕਹਿ ਰਿਹਾ ਕਿ 2 ਜਣਿਆਂ ਦਾ ਨਾਮ ਵੀ ਆ ਰਿਹਾ, ਅਤੇ ਜਿਹੜੇ ਬਾਕੀ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਉਹਨਾਂ ਨੂੰ ਟਿਕਾਣੇ ਲਾਇਆ ਜਾਊਗਾ। ਕਿ ਇਸੇ ਤਰੀਕੇ ਨਾਲ ਹੀ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਟਿਕਾਣੇ ਲਾਉਣ ਦੀਆਂ ਸਕੀਮਾਂ ਚੱਲ ਰਹੀਆਂ, ਕਿ ਜੋ ਪੰਜਾਬ ਦੀ ਗੱਲ ਕਰ ਰਹੇ ਆ, ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰ ਰਹੇ ਆ, ਪੰਜਾਬ ਦੇ ਵੱਧ ਅਧਿਕਾਰਾਂ ਦੀ ਜਾਂ ਪੰਜਾਬੀ ਦੀ ਜਿਹੜੀ ਹੋਰ ਗੱਲ ਕਰ ਰਹੇ ਆ, ਉਹਨਾਂ ਨੂੰ ਇਸੇ ਤਰੀਕੇ ਨਾਲ ਟਿਕਾਣੇ ਲਾਉਣ ਦੀਆਂ ਸਕੀਮਾਂ ਹੈਗੀਆਂ
ਕਿ ਉਹਨਾਂ ਨੂੰ ਇਦਾਂ ਦੇ ਕੇਸਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਵੇ। ਔਰ ਇਹਨਾਂ ਦੇ ਖੁਦ ਦੇ ਲੀਡਰ ਜਿਹੜੇ ਹੈਗੇ ਆ, ਜਦੋਂ ਇਹਨਾਂ ਦੀਆਂ ਗੱਲਾਂ ਖੁਦ ਕਹਿ ਰਹੇ ਆ ਕਿ ਇਹ ਜਿਹੜੇ ਉਗਰਵਾਦ ਫੈਲਾ ਰਹੇ ਆ ਤੇ ਇਹ ਜਿਹੜੇ ਹੈਗੇ ਆ ਅਲਗਾਵਵਾਦੀ ਲੋਕ ਹੈਗੇ ਆ, ਔਰ ਇਹਨਾਂ ਦੇ ਲੀਡਰ ਜਿਹੜੇ ਹੈਗੇ ਆ ਉਹ ਅੱਜ ਤੋਂ 2.5 ਮਹੀਨੇ ਪਹਿਲਾਂ, ਕਿਸਾਨ ਲੀਡਰ ਜਿਹੜੇ ਪੰਜਾਬ ਵਾਲੇ ਹੈਗੇ 2.5 ਮਹੀਨੇ ਪਹਿਲਾਂ ਜੋਗਿੰਦਰ ਯਾਦਵ ਨੂੰ ਇਹ ਫੋਨ ਕਰਕੇ ਕਹਿ ਕੇ ਸੂਚਿਤ ਕਰ ਰਹੇ ਆ ਕਿ ਤੂੰ ਇਹਨਾਂ ਲੋਕਾਂ ਤੋਂ ਦੂਰ ਰਹਿ, ਅਲਗਾਵਵਾਦੀ ਲੋਕ। ਕਿ ਇਹ ਜਿਹੜੇ ਹੈਗੇ ਆ ਇਹ ਜਦੋਂ ਵਾਰ-ਵਾਰ ਜਦੋਂ ਉੱਥੇ ਗੱਲ ਚੱਲਦੀ ਸੀਗੀ ਕਿ ਇੱਥੇ ਤੁਹਾਡੇ ਮੋਰਚੇ ਦੇ ਵਿੱਚ ਜਿਹੜੇ ਖਾਲਿਸਤਾਨੀ ਜਿਹੜੇ ਆਏ ਹੋਏ ਹੈਗੇ ਆ, ਜਦੋਂ ਬੀਜੇਪੀ ਵਾਲੇ ਜਾਂ ਬੀਜੇਪੀ ਦਾ ਮੀਡੀਆ ਜਿਹੜਾ ਪ੍ਰਚਾਰ ਕਰਦਾ ਸੀਗਾ, ਅਤੇ ਉਦੋਂ ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਸੀ, ਬੀਜੇਪੀ ਦੇ ਕਿਸਾਨੀ ਲੀਡਰ ਜਿਹੜੇ ਹੈਗੇ ਆ ਸਟੇਜਾਂ ਤੋਂ ਜਾਂ ਮੀਡੀਆ ਦੇ ਵਿੱਚ ਇਹ ਗੱਲਾਂ ਕਹਿੰਦੇ ਸੀਗੇ ਕਿ ਜੇ ਖਾਲਿਸਤਾਨੀ ਇੱਥੇ ਲੋਕ ਹੈਗੇ ਆ ਅਤੇ ਤੁਸੀਂ ਇਹਨਾਂ ਨੂੰ ਅਰੈਸਟ ਕਰ ਲਓ, ਉਹਨਾਂ ਨੂੰ ਗੋਲੀ ਮਾਰ ਦਿਓ। ਕਿ ਉਹਨਾਂ ਦਾ ਇਸ਼ਾਰਾ ਉਦੋਂ ਇਹਨਾਂ ਵੱਲ ਹੀ ਸੀਗਾ ਕਿ ਜਿਹੜੇ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਵਰਗੇ ਜਾਂ ਜਿਹੜੇ ਇੱਦਾਂ ਦੇ ਲੋਕ ਜਿਹੜੇ ਹੈਗੇ ਇਹਨਾਂ ਨੂੰ ਪੁਲਿਸ ਤੋਂ ਅਰੈਸਟ ਕਰਕੇ ਲੈ ਜਾਵੇ। ਹਾਲਾਂਕਿ ਉਦੋਂ ਸਾਹਮਣੇ ਆ ਕੇ ਨਹੀਂ ਬੋਲ ਰਹੇ ਸੀਗੇ, ਉਦੋਂ ਉਹ ਉਹਨਾਂ ਨੂੰ ਪਾਸੇ ਕਰਨ ਦਾ ਤਰੀਕਾ ਲੱਭ ਰਹੇ ਸੀਗੇ ਕਿ ਬੀਜੇਪੀ ਦੇ ਨਾਲ ਜੋੜ ਕੇ ਇਹਨਾਂ ਨੂੰ ਇਹਨਾਂ ਗੱਲਾਂ ਦੇ ਨਾਲ ਜੋੜ ਕੇ ਕਿਸ ਤਰੀਕੇ ਨਾਲ ਪਾਸੇ ਕੀਤਾ ਜਾਵੇ। ਕਿ ਇਹਨਾਂ ਸਾਰੀਆਂ ਗੱਲਾਂ ਤੋਂ ਜਿਹੜੇ ਕਹਿੰਦੇ ਆ ਕਿ ਬੀਜੇਪੀ ਦੀ ਚਾਲ ਸੀਗੀ ਉੱਥੇ ਜਾ ਕੇ ਝੰਡਾ ਝੁਲਾਉਣਾ ਜਾਂ ਉੱਥੇ ਲੋਕਾਂ ਦਾ ਜਾਣਾ ਜਾਂ ਦੂਜੇ ਬੰਨੇ ਇਹ ਜਾਣਾ, ਇਹ ਜਿਨ੍ਹਾਂ ਨੇ ਇਹਨਾਂ ਨੇ ਜਿਹਦਾ ਕਰਕੇ ਇਹਨਾਂ ਨੇ ਲੱਖਾ ਸਿਧਾਣਾ, ਦੀਪ ਸਿੱਧੂ ਜਾਂ ਹੋਰ ਜਿਹੜੀ ਪੰਧੇਰੂ ਜਥੇਬੰਦੀ ਸੀਗੀ ਉਹਨਾਂ ਨੂੰ ਗਦਾਰ ਲਾਨਤਾ ਵੀ ਉਹਨਾਂ ਨੇ ਸਾਡੇ ਤੋਂ ਬਾਹਰ ਜਾ ਕੇ ਉਹਨਾਂ ਨੇ ਜਿਹੜਾ ਉੱਥੇ ਜਾ ਕੇ ਜਿਹੜਾ ਕੰਮ ਕੀਤਾ, ਇਸ ਕਰਕੇ ਉਹ ਗਦਾਰ ਹੋ ਗਏ। ਅਤੇ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਵੀ ਤਾਂ ਹੋ ਸਕਦਾ ਕਿ ਜਿੱਦਾਂ 1984 ਦੇ ਵਿੱਚ ਬਾਦਲਾਂ ਨੇ ਉੱਥੇ ਚਿੱਠੀਆਂ ਪਾ ਕੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਾਇਆ ਸੀਗਾ ਵੀ ਇਹ ਜਿਹੜੇ ਭਿੰਡਰਾਂ ਵਾਲੇ ਹੈਗੇ ਆ ਹੁਣ ਸਾਡੇ ਕੰਟਰੋਲ 'ਚ ਨਹੀਂ ਹੁੰਦੇ, ਹੁਣ ਤੁਸੀਂ ਇਹਨਾਂ ਨੂੰ ਖ਼ਤਮ ਕਰੋ, ਤੁਸੀਂ ਆਪਣੇ ਤਰੀਕੇ ਨਾਲ ਕਰੋ। ਕਿ ਇੱਥੇ ਇਹ ਨਹੀਂ ਹੋ ਸਕਦਾ ਕਿ ਇਹ ਜਿਹੜੇ ਲੀਡਰ ਜਿਹੜੇ ਹੈਗੇ ਆ ਜਿਹੜੇ ਹਮੇਸ਼ਾ ਹੀ ਚਾਹੁੰਦੇ ਸੀਗੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕੇਸਾਂ 'ਚ ਫਸਾਇਆ ਜਾਵੇ, ਕਿਸ ਤਰ੍ਹਾਂ ਇਹਨਾਂ ਨੂੰ ਪਾਸੇ ਕੀਤਾ ਜਾਵੇ, ਇਹਨਾਂ ਲੋਕਾਂ ਨੂੰ ਪਾਸੇ ਕੀਤਾ ਜਾਵੇ, ਕਿ ਇਹਨਾਂ ਨੇ ਪੁਲਿਸ ਦੇ ਨਾਲ ਮਿਲ ਕੇ ਕੋਈ ਸਾਜ਼ਿਸ਼ ਘੜ ਲਈ ਹੋਵੇ ਵੀ ਹਾਂ ਵੀ ਉਹਨਾਂ ਲੋਕਾਂ ਨੂੰ ਤੁਸੀਂ ਉਹਦਾ ਜਾਣ ਦਾ ਰਸਤਾ ਦੇ ਦਿਓ ਅਤੇ ਫਿਰ ਅਸੀਂ ਉਹਨਾਂ ਨੂੰ ਬਦਨਾਮ ਕਰਕੇ ਅਤੇ ਅਸੀਂ ਉਹਨਾਂ ਨੂੰ ਜੇਲ੍ਹਾਂ 'ਚ ਵੀ ਡੱਕ ਸਕਦੇ ਹਾਂ ਅਤੇ ਅਸੀਂ ਉਹਨਾਂ ਨੂੰ ਸਟੇਜ ਤੋਂ ਵੀ ਲਾਂਭੇ ਕਰ ਸਕਦੇ ਹਾਂ। ਕੀ ਇੱਥੇ ਸਵਾਲ ਨਹੀਂ ਖੜਾ ਹੁੰਦਾ? ਜਦੋਂ ਉਹ ਕਹਿੰਦੇ ਆ ਇਹਨਾਂ ਦੀਆਂ ਵਾਰ-ਵਾਰ ਉਹਨਾਂ ਦੇ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਜਿਹੜੀਆਂ, ਹੁਣ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਦਿਖਾਉਣਾ, ਉਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਦੇਖਿਓ ਕਿ 26 ਜਨਵਰੀ ਦਾ ਘਟਨਾਕ੍ਰਮ ਹੋਣ ਤੋਂ ਬਾਅਦ ਜਿਹੜਾ ਫਟਾਫਟ ਇਹਨਾਂ ਨੇ ਆਣ ਕੇ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਗਦਾਰ ਐਲਾਨਤਾ ਅਤੇ ਉਹਨਾਂ ਦੀ ਕੜੀ ਕਾਰਵਾਈ ਦੀ ਮੰਗ ਕੀਤੀ। ਰਕੇਸ਼ ਟਕੈਤ ਵਰਗਿਆਂ ਨੇ ਇਹ ਵੀ ਕਿਹਾ ਕਿ ਉੱਥੇ ਗੋਲੀ ਚੱਲਣੀ ਚਾਹੀਦੀ ਸੀਗੀ। ਸਾਰਿਆਂ ਨੇ ਉੱਥੇ ਜਿਹੜੇ ਲੀਡਰ ਸੀਗੇ ਸਾਰਿਆਂ ਨੇ ਡਟ ਕੇ ਉਸ ਚੀਜ਼ ਦਾ ਵਿਰੋਧ ਕੀਤਾ। ਪਰ ਉਹ ਸਾਰਾ ਕੁਝ ਹੋਣ ਦੇ ਪਿੱਛੇ ਜਿਹੜਾ ਕਾਰਨ ਕੀ ਸੀਗਾ, ਕਿਉਂ ਇਹਨਾਂ ਨੇ ਵਿਰੋਧ ਕੀਤਾ, ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ, ਉਹ ਵੀ ਧਿਆਨ ਦੇ ਨਾਲ ਸੁਣਿਓ। ਤੁਹਾਨੂੰ ਉਸ ਵੀਡੀਓ ਤੋਂ ਜਿਹੜਾ ਪਤਾ ਲੱਗ ਜੂਗਾ ਕਿ ਜਿਹੜਾ ਉਹ ਜਿਹੜਾ ਘਟਨਾਕ੍ਰਮ ਸੀਗਾ ਇੱਕਦਮ ਜਿਹੜਾ ਉਹਨਾਂ ਨੇ ਕੀਤਾ ਉਹ ਕਿਉਂ ਕੀਤਾ। ਮੈਂ ਤੁਹਾਨੂੰ ਹੁਣੇ ਹੁਣ ਆਹ ਜਿਹੜੀ ਵੀਡੀਓ ਹੈਗੀ ਆ ਵੀ ਇਹ ਅਪਮਾਨ ਹੋ ਗਿਆ ਇੱਥੋਂ ਤੱਕ ਕਿ ਮੈਂ ਤੁਹਾਨੂੰ ਦੱਸ ਸਕਦਾ ਗਵਾਹ ਮੈਂ ਇਸ ਗੱਲ ਦਾ। ਸਾਡੀ ਮੀਟਿੰਗ ਦੇ ਵਿੱਚ, ਬੱਤੀਆਂ ਦੀ ਮੀਟਿੰਗ ਦੇ ਵਿੱਚ ਡੱਲੇਵਾਲ ਨੇ ਤੇ ਰਾਜੇਵਾਲ ਨੇ ਇਹ ਰਿਪੋਰਟ ਕੀਤੀ ਵੀ ਰਾਜਨਾਥ ਸਿੰਘ ਮੰਤਰੀ ਨੇ ਸਾਨੂੰ ਫੋਨ ਤੇ ਕਿਹਾ ਵੀ ਇਹ ਬਹੁਤ ਵੱਡਾ ਅਪਮਾਨ ਹੋ ਗਿਆ, ਸੋ ਉੱਥੋਂ ਸਾਰੀ ਉਮਰ ਨੇ ਇਹ ਮਤਲਬ ਦਾਗ ਲੈਣਾ। ਇੱਕੋ ਹੀ ਹੱਲ ਹੈਗਾ ਇਹਦਾ ਵੀ ਤੁਸੀਂ ਪਛਤਾਵੇ ਵਜੋਂ ਮੋਰਚਾ ਕੁਛ ਚਿਰ ਲਈ ਵਾਪਸ ਲੈ ਲਓ, ਤੁਸੀਂ ਇਹਨੂੰ ਪੋਸਟਪੋਨ ਕਰ ਦਿਓ, ਮੋਰਚਾ ਕਿਸਾਨਾਂ ਨੂੰ ਪਿੰਡਾਂ ਨੂੰ ਭੇਜ ਦਿਓ। ਇਹ ਉਹਨਾਂ ਨੇ ਫੋਨ ਤੇ ਪ੍ਰਪੋਜ਼ਲ ਭੇਜੀ ਤੇ ਉਹਨਾਂ ਨੇ ਡੱਲੇਵਾਲ ਵਰਗਿਆਂ ਨੇ ਆ ਕੇ ਮੀਟਿੰਗ 'ਚ ਰੱਖੀ ਵੀ ਭਾਈ ਆ ਉਹਨਾਂ ਨੇ ਪ੍ਰਪੋਜ਼ਲ ਭੇਜੇ, ਭਾਵੇਂ ਉਹਨਾਂ ਦੀ ਇਹ ਪ੍ਰਪੋਜ਼ਲ ਵੀ ਪਛਤਾਵੇ ਵਜੋਂ ਤੁਸੀਂ ਮੋਰਚਾ ਵਾਪਸ ਲੈ ਲਓ। ਇਹ ਭਾਵੇਂ ਉਹ ਨਹੀਂ ਪ੍ਰਪੋਜ਼ਲ ਪਾਸ ਹੋਈ ਪਰ ਉਹਨਾਂ ਨੇ ਇਹ ਇੱਥੋਂ ਤੱਕ ਵੀ ਕੋਸ਼ਿਸ਼ ਕੀਤੀ ਰੰਗਤ ਦੇ ਕੇ, ਪਰ ਉਹਨਾਂ ਦੀ ਰੰਗਤ ਇਹ ਦੇਣ ਵਾਲੀ ਫੇਲ ਹੋਈ ਹੈ। ਕਿਵੇਂ ਫੇਲ ਹੋਈ ਹੈ? ਗਾਜੀਪੁਰ ਉਹਦੀ ਮਿਸਾਲ ਹੈ। ਉਹਨਾਂ ਨੇ ਸਰਕਾਰ ਨੇ ਵੀ ਇਹ ਅਪਮਾਨ ਹੋ ਗਿਆ ਇੱਥੋਂ ਤੱਕ ਕਿ ਮੈਂ ਤੁਹਾਨੂੰ ਦੱਸ ਸਕਦਾ ਗਵਾਹ ਮੈਂ ਇਸ ਗੱਲ ਦਾ। ਹੁਣ ਤੁਸੀਂ ਇਹ ਵੀਡੀਓ ਤੁਸੀਂ ਜਿਹੜੀ ਦੇਖੀ ਆ ਜਿਹਦੇ ਵਿੱਚ ਇਹਨਾਂ ਦੀ ਜਥੇਬੰਦੀ ਜਿਹੜੀ ਹੈਗੀ ਹੈ ਸੁਰਜੀਤ ਫੂਲ ਉਹਨਾਂ ਦੀ, ਜਿਹੜੀ ਉਹ ਸੁਰਜੀਤ ਫੂਲ ਹੋਣੀ ਖੁਦ ਕਹਿ ਰਹੇ ਆ ਕਿ ਉਹ ਘਟਨਾਕ੍ਰਮ ਹੋਣ ਤੋਂ ਬਾਅਦ ਬਲਵੀਰ ਰਾਜੇਵਾਲ ਤੇ ਡੱਲੇਵਾਲ ਜਿਹੜੇ ਹੈਗੇ ਆ ਮੀਟਿੰਗ ਦੇ ਵਿੱਚ, ਬੱਤੀਆਂ ਦੀ ਮੀਟਿੰਗ ਦੇ ਵਿੱਚ ਪ੍ਰਪੋਜ਼ਲ ਲੈ ਕੇ ਆਏ ਆ ਵੀ ਰਾਜਨਾਥ ਇਹਨਾਂ ਨੂੰ ਫੋਨ ਕਰਕੇ ਕਹਿੰਦਾ ਵੀ ਇਹ ਤਾਂ ਬਹੁਤ ਵੱਡਾ ਤੁਹਾਡੇ 'ਤੇ ਧੱਬਾ ਲੱਗ ਗਿਆ ਅਤੇ ਤੁਸੀਂ ਇਹ ਜਿਹੜਾ ਮੋਰਚਾ ਜਿਹੜਾ ਇੱਥੋਂ ਚੱਕ ਲਓ, ਲੋਕਾਂ ਨੂੰ ਘਰੇ ਭੇਜ ਦਿਓ ਜੇ ਤੁਸੀਂ ਆਪਣਾ ਇੱਜ਼ਤ ਬਚਾਉਣੀ ਹੈ ਤਾਂ।
ਪਰ ਉਹ ਇਹਨਾਂ ਦਾ ਉੱਥੇ ਜਿਹੜਾ 32 ਦੀ ਮੀਟਿੰਗ ਦੇ ਵਿੱਚ ਜਿਹੜਾ ਪ੍ਰਪੋਜ਼ਲ ਇਹਨਾਂ ਦਾ ਉਹ ਮੰਨਿਆ ਨਹੀਂ ਗਿਆ। ਉੱਥੇ ਜਥੇਬੰਦੀਆਂ ਨੇ ਸਹਿਮਤੀ ਨਹੀਂ ਦਿੱਤੀ। ਔਰ ਦੂਸਰਾ ਇਹ ਵੀ ਹੈ ਕਿ ਇਹਨਾਂ ਨੂੰ ਇਹ ਵੀ ਪਤਾ ਹੋਣਾ ਕਿ ਜੇ ਅਸੀਂ ਇੱਥੋਂ ਮੋਰਚਾ ਚੱਕਣ ਦੀ ਗੱਲ ਕਰਾਂਗੇ ਤਾਂ ਸਾਨੂੰ ਲੋਕਾਂ ਨੇ ਵੈਸੇ ਕੁੱਟ-ਕੁੱਟ ਕੇ ਮਾਰ ਦੇਣਾ। ਸੋ ਉਸ ਤੋਂ ਬਾਅਦ ਇਹਨਾਂ ਨੇ ਡਰੇ ਹੋਇਆਂ ਨੇ, ਇਹਨਾਂ ਨੇ ਸਰਕਾਰ ਦੇ ਨਾਲ ਸਲਾਹ ਕਰਕੇ, ਗੱਲਬਾਤ ਕਰਕੇ, ਰਾਜਨਾਥ ਦਾ ਫੋਨ ਆਉਂਦਾ, ਉਹਦੇ ਨਾਲ ਸਲਾਹ ਕਰਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਗਦਾਰ ਦਾ ਸਰਟੀਫਿਕੇਟ ਦਿੱਤਾ, ਉਹਨਾਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਕਿ ਹੁਣ ਅਸੀਂ ਤੋਂ ਮੋਰਚਾ ਤਾਂ ਚੱਕ ਨਹੀਂ ਸਕਦੇ ਅਤੇ ਸਾਡੇ ਕੋਲ ਰਸਤਾ ਹੁਣ ਇਹ ਬਚਿਆ ਕਿ ਇਹ ਜਿਹੜੇ ਲੋਕ ਹੈਗੇ ਆ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਵਾ ਦਈਏ, ਅਸੀਂ ਇਹਨਾਂ ਨੂੰ ਇਹ ਜੇਲ੍ਹਾਂ 'ਚ ਡੱਕੇ ਜਾਣ ਅਤੇ ਅਸੀਂ ਇਹਨਾਂ ਨੂੰ ਗਦਾਰਾਂ ਦੇ ਸਰਟੀਫਿਕੇਟ ਵੰਡ ਕੇ ਅਤੇ ਅਸੀਂ ਆਪਣੀ ਜਿਹੜੀ ਇੱਜ਼ਤ ਆ ਜਿਹੜੀ ਆਪ ਬਚਾ ਸਕੀਏ, ਜਾਂ ਅਸੀਂ ਸਰਕਾਰ ਦੇ ਜਿਹੜੇ ਚਹੇਤੇ ਜਿਹੜੇ ਬਣ ਸਕੀਏ। ਸੋ ਇਹ ਗੱਲਾਂ ਸਾਰੀਆਂ ਤੁਹਾਡੇ ਸਾਹਮਣੇ ਇਹਨਾਂ ਦੇ ਲੀਡਰ ਕਹਿ ਰਹੇ ਆ, ਅਸੀਂ ਕੋਈ ਦੋਸ਼ ਨਹੀਂ ਲਾ ਰਹੇ, ਅਸੀਂ ਆਪਣੇ ਵੱਲੋਂ ਨਹੀਂ ਗੱਲਾਂ ਕਹਿ ਰਹੇ, ਇਹਨਾਂ ਦੇ ਲੀਡਰ ਸਾਰੇ ਗੱਲਾਂ ਸਾਰੀਆਂ ਸਾਹਮਣੇ ਲੈ ਕੇ ਆ ਰਹੇ ਆ। ਤੁਸੀਂ ਵੀਡੀਓ ਰਾਹੀਂ ਸੁਣੀਆਂ ਗੱਲਾਂ ਕਿ ਕਿੱਦਾਂ ਇਹਨਾਂ ਦੀਆਂ ਪੈਰ 'ਤੇ ਜਿਹੜੀਆਂ ਉਹਨਾਂ ਦੀਆਂ ਲੀਡਰਾਂ ਦੇ ਨਾਲ, ਜਿਹੜੀਆਂ BJP ਦੇ ਲੀਡਰਾਂ ਦੇ ਨਾਲ, ਰਾਜਨਾਥ ਵਰਗਿਆਂ ਦੇ ਨਾਲ, ਅਮਿਤ ਸ਼ਾਹ ਵਰਗਿਆਂ ਦੇ ਨਾਲ ਪੈਰ ਜਿਹੜੀਆਂ ਇਹਨਾਂ ਦੀਆਂ ਫੋਨ 'ਤੇ ਉਹਨਾਂ ਨਾਲ ਗੱਲਾਂ ਹੁੰਦੀਆਂ, ਇੱਕ ਦੂਜੇ ਨਾਲ ਸਲਾਹਾਂ ਕਰਦੇ ਆ। ਸੋ ਇੱਥੇ ਗਦਾਰ ਕੌਣ ਹੋਇਆ? ਤੁਸੀਂ ਆਪ ਸੋਚੋ ਕਿ ਇਹ ਜਥੇਬੰਦੀ ਜਿਹੜੇ ਲੀਡਰ ਜਿਹੜੇ ਹੈਗੇ ਆ, ਜਿਹੜੇ ਮੋਹਰੀ ਹੈਗੇ ਆ, ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਜਿਹੜੀਆਂ ਹੈਗੀਆਂ, ਇੱਥੇ ਕੌਣ ਗਦਾਰ ਹੋਇਆ? ਅਤੇ ਕੀ ਤੁਹਾਨੂੰ ਲੱਗਦਾ ਕਿ ਇਹ ਮੋਰਚਾ ਜਿਹੜਾ ਹੈਗਾ ਇਹ ਜਿੱਤਿਆ ਜਾ ਸਕਦਾ ਜੇ ਤੁਸੀਂ ਇਸੇ ਤਰੀਕੇ ਨਾਲ ਸਾਰੇ ਅੱਖਾਂ ਬੰਦ ਕਰਕੇ ਇਹ ਸਾਰਾ ਕੁਝ ਦੇਖੀ ਜਾਓਗੇ, ਸੁਣੀ ਜਾਓਗੇ? ਹੁਣ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਦਿਖਾਉਣਾ ਜਿਹਦੇ ਵਿੱਚ ਜਦੋਂ ਇਸ ਜਿਹੜਾ ਪੰਧੇਰ ਹੋਣਾ ਦੀ ਜਿਹੜੀ ਸਟੇਜ ਸੀਗੀ, ਜਦੋਂ ਉੱਥੇ ਹਮਲਾ ਹੁੰਦਾ, ਉੱਥੇ ਹਮਲਾ ਹੋਣ ਦੇ ਵੇਲੇ ਦੀ ਗੱਲ ਜਿਹੜੀ ਹੈਗੀ ਆ, ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸ਼ਾਂਤੀ ਦਾ ਕਰਕੇ ਜਿਹੜੀ ਸ਼ਾਂਤੀ ਬਣਾਈ ਰੱਖਣੀ ਚਾਹੁੰਦੇ ਹਾਂ, ਅਸੀਂ ਤਾਂ ਕਰਕੇ ਜਿਹੜੇ ਬੰਦਿਆਂ ਨੂੰ ਕਿਹਾ ਵੀ ਤੁਸੀਂ ਦੂਜੇ ਬੰਨੇ ਨਾ ਜਾਓ। ਹਾਲਾਂਕਿ ਫਿਰ ਉਸੇ ਵੀਡੀਓ ਦੇ ਵਿੱਚ ਹੀ ਮੁੜ ਕੇ ਰਾਜੇਵਾਲ ਜਾ ਕੇ ਇਹ ਕਹਿੰਦਾ ਕਿ ਉਹ ਤਾਂ ਉਹਨਾਂ ਦਾ ਹੈਗਾ, ਉਹ ਆਪਣਾ ਸਾਂਭਣ, ਅਸੀਂ ਆਪਣਾ ਸਾਂਭਣ, ਸਾਡੇ ਕੋਲ ਬੰਦੇ ਬਹੁਤ ਆ, ਸਾਨੂੰ ਆਪਣੇ ਬੰਦਿਆਂ ਦਾ ਫਿਕਰ ਆ। ਪਰ ਇੱਕ ਮੈਂ ਤੁਹਾਨੂੰ ਵੀਡੀਓ ਹੋਰ ਦਿਖਾਉਣਾ, ਉਹ ਵੀ ਧਿਆਨ ਨਾਲ ਦੇਖਿਓ, ਕਿ ਜਿਹਦੇ ਵਿੱਚ ਡੱਲੇਵਾਲ ਖੁਦ ਕਹਿ ਰਿਹਾ ਕਿ ਅਮਿਤ ਸ਼ਾਹ ਦੇ ਨਾਲ ਅਤੇ ਰਾਜਨਾਥ ਦੇ ਨਾਲ ਜਿਹੜੀ ਯੁੱਧਵੀਰ ਹੋਣਾ ਦੀ ਜਿਹੜੀ ਗੱਲਬਾਤ ਹੋਈ ਆ, ਉਹਨਾਂ ਨਾਲ ਕੀਤੀ ਆ। ਅਤੇ ਉਹ ਸਾਰੀ ਗੱਲਬਾਤ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਉਣਾ, ਉਹ ਤੁਸੀਂ ਜਿਹੜੇ ਹੈਗੇ ਆ ਤੁਸੀਂ ਆਪ ਸੁਣ ਲਿਓ ਕਿ ਇਹਦੇ ਵਿੱਚ ਉਹ ਕੀ ਕਹਿ ਰਹੇ ਆ, ਖੁਦ ਆਪਣੇ ਆਪ ਉਹ ਦੱਸ ਰਹੇ ਆ। ਇਹ ਆ ਜਿਹੜੀ ਵੀਡੀਓ ਹੈਗੀ ਤੁਹਾਨੂੰ ਮੈਂ ਦਿਖਾਉਣਾ ਹੁਣੇ। ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ। ਕੀ ਤੁਸੀਂ ਸੱਚ-ਸੱਚ ਦੱਸੋ ਵੀ ਇੱਥੋਂ ਸਟੇਜ ਤੋਂ ਇਹ ਚੀਜ਼ ਗਈ ਵੀ ਜਿਹੜਾ ਪਿੱਛੇ ਜਾਊਗਾ ਉਹ BJP ਦਾ ਬੰਦਾ ਹੋਊ ਜਾਂ RSS ਦਾ ਬੰਦਾ ਹੋਊ, ਜਾਂ ਕਿਤੇ ਕਮਿਊਨੀਕੇਸ਼ਨ ਗੈਪ ਰਹਿ ਗਿਆ, ਲੋਕਾਂ ਨੂੰ ਗੱਲ ਨਹੀਂ ਸਮਝ ਆਈ, ਕਿਹਾ ਕੁਝ ਹੋਰ ਸੀਗਾ, ਕੁਝ ਹੋਰ ਹੋ ਗਿਆ? ਦੇਖੋ, ਮੈਂ ਤੁਹਾਨੂੰ ਇਹ ਕਲੀਅਰ ਕਰਾਂ, ਸਾਰੀ ਪ੍ਰੈਸ ਨੂੰ ਇਸ ਗੱਲ ਦਾ ਸ਼ਾਇਦ ਪਤਾ ਨਹੀਂ ਜੀ। ਜਿਸ ਵੇਲੇ ਇੱਥੇ ਸਾਰਾ ਕੁਝ ਹੋ ਰਿਹਾ ਸੀਗਾ, ਸਾਡੀ ਕਜਾਰੀਆ ਦੇ ਵਿੱਚ ਮੀਟਿੰਗ ਚੱਲ ਰਹੀ ਸੀ, 7 ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੀ ਸੀਨੀਅਰ ਲੀਡਰਸ਼ਿਪ ਦੀ ਜੀ, ਜਦੋਂ ਸਾਨੂੰ ਪਤਾ ਲੱਗਿਆ ਵੀ ਉੱਥੇ ਆਹ ਘਟਨਾ ਵਾਪਰੀ ਹੈ, ਤਾਂ ਅਸੀਂ ਉਸੇ ਵੇਲੇ ਇਹਨਾਂ ਨੂੰ ਅਮਿਤ ਸ਼ਾਹ ਨੂੰ ਯੁੱਧਵੀਰ ਨੇ ਫੋਨ ਲਾਇਆ ਜੀ। ਅਮਿਤ ਸ਼ਾਹ ਤੋਂ ਬਾਅਦ ਫਿਰ ਮਤਲਬ ਸਾਡੀ ਦੁਬਾਰਾ ਗੱਲ ਰਾਜਨਾਥ ਨਾਲ ਹੋਈ, ਕੋਈ ਬਹੁਤਾ ਲੰਬਾ ਸਮਾਂ ਨਹੀਂ, ਉੱਧਰੋਂ ਕੱਟ ਕੇ ਤੇ ਰਾਜਨਾਥ ਨੂੰ ਵੀ ਤੁਰੰਤ ਲਾ ਲਿਆ। ਉਹ ਦੋਨਾਂ ਜਿਹੜੇ ਮਿਨਿਸਟਰਾਂ ਨਾਲ ਗੱਲ ਹੁੰਦੀ ਹੈ, ਔਰ ਉਹਨਾਂ ਨੂੰ ਜਦੋਂ ਧਿਆਨ 'ਚ ਲਿਆਂਦੀ ਗੱਲ, ਤਾਂ ਰਾਜਨਾਥ ਜੀ ਵੱਲੋਂ ਇਹ ਗੱਲ ਕਹੀ ਗਈ ਕਿ ਤੁਸੀਂ ਮਤਲਬ ਕਿਸਾਨਾਂ ਨੂੰ ਰੋਕੋ ਜੀ, ਅਸੀਂ ਉਹਨਾਂ ਨਾਲ ਗੱਲ ਕਰਦਾ, ਮੈਂ ਪਤਾ ਕਰਦਾ ਕਿੱਥੇ ਕੀ ਹੋਇਆ। ਤਾਂ ਮੈਨੂੰ ਲੱਗਦਾ ਵੀ ਰਾਜਨਾਥ ਜੀ ਨੇ ਸੀਰੀਅਸਲੀ ਸੱਚਮੁੱਚ ਉਹਨੂੰ ਗੱਲ ਨੂੰ ਲਿਆ ਹੋਏਗਾ, ਕਿਉਂਕਿ ਜਦੋਂ ਅਸੀਂ ਉੱਥੋਂ ਤੁਰੇ ਆ, ਫਿਰ ਸਾਡੇ ਉੱਥੋਂ ਤੁਰ ਕੇ ਇੱਥੇ ਪਹੁੰਚਣ ਤੋਂ ਪਹਿਲਾਂ ਉਹ ਸਾਰਾ ਕੁਝ ਮਤਲਬ ਪਿੱਛੇ ਹਟ ਗਿਆ, ਤਾਂ ਫਿਰ ਇਹਨੂੰ ਤੁਸੀਂ ਆਪਾਂ ਕਿਵੇਂ ਮੰਨਾਂਗੇ? ਹੁਣ ਤੁਸੀਂ ਇਹ ਜਿਹੜੀ ਵੀਡੀਓ ਹੈਗੀ ਮੈਂ ਤੁਹਾਨੂੰ ਇਹ ਵੀ ਦਿਖਾਈ ਆ ਕਿ ਜਿਹਦੇ ਵਿੱਚ ਡੱਲੇਵਾਲ ਖੁਦ ਕਹਿ ਰਿਹਾ ਕਿ ਸਾਡੇ ਉੱਥੋਂ ਮੀਟਿੰਗ ਚੱਲਦੀ ਦੇ ਵਿੱਚ ਯੁੱਧਵੀਰ ਨੇ ਅਮਿਤ ਸ਼ਾਹ ਨਾਲ ਅਤੇ ਰਾਜਨਾਥ ਦੇ ਨਾਲ ਜਿਹੜੀ ਫੋਨ 'ਤੇ ਗੱਲ ਕੀਤੀ, ਔਰ ਅਸੀਂ ਉਹਨਾਂ ਨੂੰ ਕਿਹਾ ਕਿ ਰੋਕੋ, ਔਰ ਉੱਥੋਂ ਚੱਲ ਕੇ ਮੁੜ ਕੇ ਇਹਨਾਂ ਦੇ ਉੱਥੋਂ ਆਉਣ ਦੇ ਪਹਿਲਾਂ ਉਹ ਜਿਹੜਾ ਸਾਰਾ ਕੁਝ ਰੁਕ ਗਿਆ। ਕਿੰਨੀ ਇੱਕ ਬੰਨੇ ਸਰਕਾਰ ਨੂੰ ਇੰਨਾ ਤਾਨਾਸ਼ਾਹੀ ਅਤੇ ਇੰਨਾ ਉਹ ਜ਼ਾਲਮ ਦੱਸ ਰਹੇ ਆ ਕਿ ਉਹ ਇਹਨਾਂ ਦੀ ਗੱਲ ਨਹੀਂ ਸੁਣਦੇ ਅਤੇ ਉਹ ਉੱਥੇ ਜ਼ੁਲਮ ਕਰ ਰਹੇ ਆ, ਉੱਥੇ ਉਹ ਕਿੱਲ ਲਾ ਰਹੇ ਆ, ਉੱਥੇ ਤਾਰਾਂ ਲਾ ਰਹੇ ਆ, ਉੱਥੇ ਇੰਟਰਨੈਟ ਬੰਦ ਕਰ ਰਹੇ ਆ, ਕਿੰਨਾ ਜ਼ੁਲਮ ਢਾ ਰਹੇ ਆ। ਔਰ ਇੱਕ ਬੰਨੇ ਸਰਕਾਰ ਜਿਹੜੀ ਹੈਗੀ ਆ ਉਹ ਕਿੰਨੀ ਸਿਆਣੀ ਆ ਅਤੇ ਕਿੰਨੀ ਇਹਨਾਂ ਦੀ ਆਖੇ ਲੱਗਦੀ ਹੈ ਕਿ ਫੋਨ ਕਰਨ ਦੇ ਨਾਲ ਫਟਾਫਟ ਮੁੜ ਕੇ ਸਾਰਾ ਕੁਝ ਰੁਕ ਗਿਆ ਉੱਥੋਂ। ਇਹ ਹੁਣ ਅਸੀਂ ਤਾਂ ਆਪਣੇ ਵੱਲੋਂ ਕੁਛ ਨਹੀਂ ਕਹਿ ਰਹੇ ਨਾ, ਇਹਨਾਂ ਦੇ ਲੀਡਰ ਹੀ ਖੁਦ ਇਹ ਕਹਿ ਰਹੇ ਆ ਕਿ ਸਾਡੇ ਫੋਨ ਕਰਨ ਦੇ ਨਾਲ ਉਹਨਾਂ ਨੇ ਸੀਰੀਅਸਲੀ ਲਿਆ ਅਤੇ ਉਹ ਸਾਰਾ ਕੁਝ ਰੁਕ ਗਿਆ। ਜੇ ਇਹਨਾਂ ਦੇ ਇੱਕ ਫੋਨ ਦੇ ਨਾਲ ਉੱਥੇ ਜਿਹੜਾ ਉਹ ਸਾਰਾ ਕੁਝ ਹੋ ਸਕਦਾ, ਉਹ ਰੁਕ ਸਕਦਾ,
ਹਨਾ। ਉਹ ਜਿਹੜਾ ਉੱਥੇ ਘਟਨਾਕ੍ਰਮ ਹੋ ਰਿਹਾ ਸੀ ਉੱਥੇ ਰੁਕ ਗਿਆ ਉਹ। ਇਹ ਖੁਦ ਕਹਿੰਦੇ ਆ ਕਿ ਉਹਨਾਂ ਨੇ ਸੀਰੀਅਸ ਲੈ ਲਿਆ। ਸਿੱਧੀ ਇਹਨਾਂ ਦੇ ਨਾਲ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ। ਫਿਰ ਮੈਂ ਇੱਕ ਸਵਾਲ ਜਿਹੜਾ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜੀ ਭੈਣ ਜਿਹੜੀ ਨਵਦੀਪ ਕੌਰ ਆ, ਜਿਹਦੇ ਬਾਰੇ ਹੁਣ ਬਹੁਤ ਜਿਹੜਾ ਮਸਲਾ ਭਖਿਆ ਹੋਇਆ ਹੈਗਾ, ਸਾਰੇ ਗੱਲਬਾਤ ਕਰ ਰਹੇ ਆ। 20 ਦਿਨ ਹੋ ਗਏ, 20 ਦਿਨ ਤੋਂ ਉੱਪਰ ਹੋ ਗਏ ਉਹਨਾਂ ਨੂੰ ਜਿਹੜਾ ਉੱਥੋਂ ਅਰੈਸਟ ਕਰਕੇ ਪੁਲਿਸ ਜਿਹੜੀ ਚੱਕ ਕੇ ਲੈ ਕੇ ਗਈ ਆ। ਔਰ ਉਹਨਾਂ ਦੇ ਬਾਰੇ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਸਾਰਿਆਂ ਨੇ ਸੁਣੀਆਂ ਕਿ ਉੱਥੇ ਪੁਲਿਸ ਨੇ ਜਿਹੜਾ ਕੀ ਉਹਦੇ ਨਾਲ ਜਿਹੜਾ ਉਹਨਾਂ ਦੀ ਮੈਡੀਕਲ ਰਿਪੋਰਟ ਵੀ ਆਈ ਹੈ, ਪੁਲਿਸ ਨੇ ਉਹਨਾਂ ਦੇ ਨਾਲ ਕੀ ਕੀਤਾ ਜਾਂ ਕੀ ਕੁਛ ਹੋਇਆ, ਸਾਰੀਆਂ ਆਪਾਂ ਗੱਲਾਂ ਸੁਣੀਆਂ। ਅਤੇ ਕੀ ਉਸ ਭੈਣ ਨੂੰ ਇੱਕ ਜਿਹੜੀ ਉਹ ਪੰਜਾਬ ਦੀ ਧੀ ਆ, ਪੰਜਾਬ ਦੀ ਕੁੜੀ ਆ, ਜਿਹੜੀ ਇੱਕ ਮਜ਼ਦੂਰ ਇੱਕ ਬੰਨੇ ਨਾਅਰੇ ਲਾਉਂਦੀ ਆ ਸਟੇਜਾਂ ਤੋਂ, ਕਿਸਾਨ ਮਜ਼ਦੂਰ ਸੰਘਰਸ਼ ਜਿੰਦਾਬਾਦ, ਅਤੇ ਇਹ ਮਜ਼ਦੂਰ ਇੱਥੇ ਆਉਣ, ਉਹ ਇੱਕ ਭੈਣ ਮਜ਼ਦੂਰ ਜਥੇਬੰਦੀ ਵੱਲੋਂ ਆਪਣਾ ਇਹ ਸੰਘਰਸ਼ ਦੇ ਵਿੱਚ ਯੋਗਦਾਨ ਦੇ ਰਹੀ ਸੀ। ਇਹਨਾਂ ਦੀ ਸਟੇਜ ਤੋਂ ਵੀ ਬੋਲ ਕੇ ਗਈ ਆ। ਉਹ ਸ਼ੰਭੂ ਦੇ ਵਿੱਚ ਉੱਥੇ ਬੈਠੀ ਸੀਗੀ, ਉੱਥੋਂ ਪੁਲਿਸ ਚੱਕ ਕੇ ਲੈ ਜਾਂਦੀ ਆ, 12 ਜਨਵਰੀ ਨੂੰ ਚੱਕ ਕੇ ਲੈ ਜਾਂਦੀ ਆ। ਅਤੇ ਅੱਜ ਤੱਕ ਇਹਨਾਂ ਨੇ, ਉਹ ਲੀਡਰਾਂ ਨੇ ਉਸ ਕੁੜੀ ਦੇ ਬਾਰੇ ਕੀ ਕੀਤਾ? ਜੇ ਇਹਨਾਂ ਦੇ ਇੱਕ ਫੋਨ ਦੇ ਨਾਲ ਉੱਥੋਂ ਐਡੀ ਭੀੜ ਜਿਹੜੀ ਰੁਕ ਸਕਦੀ ਹੈ, ਅਤੇ ਕੀ ਉਸ ਭੈਣ ਨੂੰ ਉਸ 'ਚੋਂ ਛਡਾ ਨਹੀਂ ਸਕਦੇ ਸੀਗੇ? ਕੀ ਇਹਨਾਂ ਨੇ ਅੱਜ ਤੱਕ ਉਸ ਭੈਣ ਨੂੰ ਜਿਹੜਾ ਉੱਥੋਂ ਉਸ ਕੁੜੀ ਨੂੰ ਜਿਹੜਾ ਉਸ ਜੇਲ੍ਹ ਦੇ ਵਿੱਚ ਛਡਾਉਣ ਦੇ ਵਿੱਚ ਕੋਸ਼ਿਸ਼ ਕੀਤੀ ਹੈ? ਜਾਂ ਕਦੇ ਤੁਸੀਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਹੁਣ 2 ਦਿਨ ਹੋ ਗਏ, ਰੌਲਾ ਜ਼ਿਆਦਾ ਪੈ ਗਿਆ, ਹੋ ਸਕਦਾ ਕੋਈ ਗੱਲਬਾਤ ਕੀਤੀ ਹੋਵੇ, ਪਰ 12 ਜਨਵਰੀ ਤੋਂ ਲੈ ਕੇ ਇਹਨਾਂ ਦੀ ਸਰਕਾਰ ਦੇ ਨਾਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ। 15 ਜਨਵਰੀ ਨੂੰ ਮੀਟਿੰਗ ਹੋਈ, 19 ਜਨਵਰੀ ਨੂੰ ਮੀਟਿੰਗ ਹੋਈ, ਫਿਰ 20 ਜਨਵਰੀ ਨੂੰ ਜਿਹੜੀ ਮੀਟਿੰਗ ਹੋਈ ਆ, 3-4 ਮੀਟਿੰਗਾਂ ਉਸ ਤੋਂ ਬਾਅਦ ਹੋਈਆਂ। ਕੀ ਕਦੇ ਤੁਸੀਂ ਇਹ ਸੁਣਿਆ ਕਿ ਇਹਨਾਂ ਨੇ ਲੀਡਰਾਂ ਨੇ ਕਦੇ ਉੱਥੇ ਸਰਕਾਰ ਦੇ ਕੋਲੇ ਮੀਟਿੰਗਾਂ 'ਚ ਆਪਣੀਆਂ ਮੰਗ ਰੱਖੀ ਹੋਵੇ? ਉੱਥੇ ਸਾਡੇ ਕੁੜੀ ਆ, ਪੰਜਾਬ ਦੀ ਧੀ ਆ, ਜਿਹੜੀ ਸਾਡੀ ਨੂੰ ਉੱਥੋਂ ਚੱਕ ਕੇ ਲੈ ਗਏ ਆ, ਪੁਲਿਸ ਵਾਲੇ ਚੱਕ ਕੇ ਲੈ ਗਏ ਆ, ਜਿਹਦਾ ਹਜੇ ਤੱਕ ਉਹਨਾਂ ਨੇ ਪੁਲਿਸ ਰਿਮਾਂਡ ਨਹੀਂ ਲਿਆ, ਉੱਦਾਂ ਉਹਨੂੰ ਜੇਲ੍ਹ 'ਚ ਰੱਖਿਆ ਹੋਇਆ ਹੈਗਾ ਕਿ ਉਹ ਕਿੱਥੇ ਆ, ਉਹਨੂੰ ਛੱਡਿਆ ਜਾਵੇ। ਕੀ ਮਤਲਬ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀਗਾ ਕਿ ਉੱਥੇ ਜਿਹੜਾ ਕੋਈ ਆਇਆ, ਇੱਕ ਬੰਨੇ ਤਾਂ ਜਿਹੜਾ ਕਿਹੜੀਆਂ ਗੱਲਾਂ ਇਹਨਾਂ ਦੀਆਂ, ਕਿਹੜੀਆਂ ਗਲਤੀਆਂ ਤੁਸੀਂ ਮਾਫ਼ ਕਰੋਗੇ ਕਿ ਉਹ ਹਰਦੀਪ ਸਿੰਘ ਡਿਵਡਬਾ ਦਾ ਪੋਤਾ ਜਿਹੜਾ ਹੈਗਾ, ਜਿਹੜਾ ਉੱਥੇ ਸ਼ਹੀਦ ਹੋ ਜਾਂਦਾ, ਉਹਦੇ 'ਤੇ 4 ਦਿਨ 5 ਦਿਨ ਤੱਕ ਇਹ ਕੁਛ ਤੇ ਨਹੀਂ ਗਏ, ਬੋਲਦੇ ਨਹੀਂ ਗਏ। ਜਦੋਂ ਸਾਰੇ ਬੰਨੇ ਰੌਲਾ ਪੈਂਦਾ, ਸਾਰੇ ਬੰਨੇ ਗੱਲ ਹੁੰਦੀ ਆ, ਫਿਰ ਉਸ ਦੇ ਬਾਰੇ ਜਿਹੜੀ ਇਹ ਗੱਲ ਕਰਦੇ ਆ ਉਹਦੇ ਬਾਰੇ ਵੀ ਹਾਂ ਵੀ ਉੱਥੇ ਪੁਲਿਸ ਨੇ ਉਹਨੂੰ ਗੋਲੀ ਮਾਰਤੀ ਆ। ਜਿਵੇਂ ਤੁਹਾਨੂੰ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀਡੀਓ ਦਿਖਾਈ ਸੀਗੀ, ਜਿਹਦੇ ਵਿੱਚ ਰਾਜੇਵਾਲੇ ਕਹਿੰਦਾ ਕਿ ਉੱਥੇ ਗੋਲੀ ਲੱਗ ਗਈ, ਇੱਕ ਮਰ ਗਿਆ। ਜਿੱਦਾਂ ਕੋਈ ਐਵੇਂ ਹੀ ਬਸ ਵੀ ਉਹਦੀ ਕੋਈ ਹੈ ਹੀ ਨਹੀਂ ਗੱਲ, ਕੋਈ ਉੱਥੇ ਮਰ ਗਿਆ ਬਸ ਉਹ। ਅਤੇ ਇਹਨਾਂ ਨੂੰ ਤੁਸੀਂ ਕਹਿੰਦੇ ਆ ਕਿ ਫਿਰ ਵਾਰ-ਵਾਰ ਫਿਰ ਗੱਲ ਉਹੀ ਆਉਂਦੀ, ਇਹਨਾਂ ਨੂੰ ਤੁਸੀਂ ਕਹਿੰਦੇ ਆ ਕਿ ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਤੁਸੀਂ ਅੱਖਾਂ ਮੀਚ ਲਓ, ਨਾ ਬੋਲੋ, ਇਹਨਾਂ ਦੇ ਬਾਰੇ ਸਵਾਲ ਨਾ ਕਰੋ ਕੋਈ। ਇਹ ਦੱਸਣ ਕਿ ਅੱਜ ਤੋਂ 2 ਦਿਨ ਪਹਿਲਾਂ ਤੱਕ, ਜਦੋਂ ਤੱਕ ਹੁਣ ਰੌਲਾ ਪਿਆ ਵੀ ਉਸ ਤੋਂ ਪਹਿਲਾਂ ਇਹਨਾਂ ਦੀਆਂ ਕਿੰਨੀਆਂ ਮੀਟਿੰਗਾਂ ਹੋਈਆਂ, ਕਿਹੜੀ ਮੀਟਿੰਗ 'ਚ ਇਹਨਾਂ ਨੇ ਸਰਕਾਰ ਦੇ ਨਾਲ ਉਸ ਕੁੜੀ ਦੇ ਬਾਰੇ ਜਿਹੜਾ ਮੁੱਦਾ ਚੱਕਿਆ, ਕਿਹੜੀ ਮੀਟਿੰਗ 'ਚ ਇਹਨਾਂ ਨੇ ਕਿਹਾ ਕਿ ਹਾਂ ਵੀ ਉਹ ਕੁੜੀ ਦੇ ਜਿਹੜੀ ਹੈਗੀ ਆ ਉੱਥੋਂ ਛੁੱਟਣੀ ਚਾਹੀਦੀ ਹੈ, ਕਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ 12 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ। ਤੇ ਚਲੋ 26 ਜਨਵਰੀ ਤੋਂ ਬਾਅਦ ਤੇ ਉਲਝ ਗਏ, ਚਲੋ ਮੈਂ ਮੰਨ ਲਿਆ ਕਿ ਉਲਝ ਗਏ ਜਾਂ ਹੋਰ ਮਸਲੇ 'ਚ ਉਲਝ ਗਏ। 12 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਇਹਨਾਂ ਨੇ ਉਸ ਕੁੜੀ ਦੇ ਬਾਰੇ ਕੀ ਕਾਰਵਾਈ ਕੀਤੀ? ਔਰ ਜੇ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ? ਸੋ ਇਹਨਾਂ ਨੂੰ ਆਪਾਂ ਐਕਸਪੀਰੀਅੰਸ ਲੀਡਰ ਕਹਿੰਦੇ ਹਾਂ ਕਿ 40-40 ਸਾਲ ਦਾ ਇਹਨਾਂ ਤਜਰਬਾ ਹੈਗਾ, ਉਹ ਬੜੇ ਸੂਝਵਾਨ ਆ। ਤੁਸੀਂ ਸਾਰੇ ਅੱਖਾਂ ਬੰਦ ਕਰ ਲਓ, ਚੁੱਪ ਕਰਕੇ ਅੱਖਾਂ ਬੰਦ ਕਰਕੇ ਬੈਠ ਜਾਓ, ਉਹ ਬਸ ਸਾਰੇ ਉਹ ਹੱਕ ਮਿਲ ਜਾਣਗੇ, ਉਹ ਆਪਾਂ ਨੂੰ ਸਾਰਾ ਕੁਝ ਆਪਾਂ ਨੂੰ ਉਹ ਦਵਾ ਦੇਣਗੇ। ਆਪਾਂ ਇਹਨਾਂ ਦੇ ਖਿਲਾਫ ਗੱਲ ਨਹੀਂ ਕਰਨੀ, ਜੇ ਗੱਲ ਕੀਤੀ ਤਾਂ ਉਹ ਗਦਾਰ ਹੋ ਜਾਣਗੇ, ਉਹ ਬੀਜੇਪੀ ਦੀ IT ਸੈੱਲ ਦੇ ਬੰਦੇ ਹੋ ਜਾਣਗੇ, ਇਹਨਾਂ ਨੂੰ ਸਵਾਲ ਨਹੀਂ ਕਰ ਸਕਦੇ। ਤੁਹਾਡੇ ਸਾਹਮਣੇ ਕੱਲੀ ਚੀਜ਼ ਜਿਹੜੀ ਹੈਗੀ ਆ, ਤੁਹਾਡੇ ਸਾਹਮਣੇ ਕੱਲੀ ਚੀਜ਼ ਖੋਲ ਕੇ ਰੱਖ ਰਹੇ ਆ, ਤੁਹਾਨੂੰ ਦੱਸ ਰਹੇ ਆ, ਗੱਲ ਕਰ ਰਹੇ ਆ ਕਿ ਦੀਪ ਸਿੱਧੂ ਦੇ ਬਾਰੇ ਕਿੱਦਾਂ ਤੋਂ ਇਹਨਾਂ ਦੀ ਪਲੈਨਿੰਗ ਚੱਲਦੀ ਸੀ, ਕਿੱਦਾਂ ਉਹਨੂੰ ਮਤਲਬ ਉਹਨਾਂ ਨੇ ਉਹਨੂੰ ਸ਼ੁਰੂ ਤੋਂ ਲੈ ਕੇ ਅੱਜ ਤੋਂ 2.5 ਮਹੀਨੇ ਪਹਿਲਾਂ ਤੱਕ ਦੀ ਉਹ ਕਹਿ ਰਿਹਾ ਕਿ ਜੋਗਿੰਦਰ ਯਾਦਵ ਖੁਦ ਕਹਿ ਰਿਹਾ ਕਿ 2.5 ਮਹੀਨੇ ਪਹਿਲਾਂ ਉਹਨਾਂ ਨੇ ਕਿਹਾ ਕਿ ਉਹ ਅਲਗਾਵਵਾਦੀ ਹੈ, ਖਾਲਿਸਤਾਨੀ ਹੈ, ਦੂਰ ਰਹੋ। ਕਿ ਇਹੀ ਸੋਚ ਜਿਹੜੀ ਹੈਗੀ ਆ ਕਿ ਇਹ ਜਿਹੜੇ ਪੰਜਾਬ ਦੇ ਜਿਹੜੇ ਲੀਡਰ ਜਿਹੜੇ ਹੈਗੇ ਆ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ, ਉਹਨਾਂ ਨੂੰ ਇਕੱਲੇ ਨੂੰ ਕਰਕੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ। ਅੱਜ ਜੇ ਇੱਕ ਹੋਰ ਵੀ ਮੈਂ ਗੱਲ ਕਰਦਾ ਕਿ ਅੱਜ ਜਦੋਂ ਗੱਲ ਕਰਦੇ ਹਾਂ, ਇੱਕ ਤਰਕ ਦਿੱਤਾ ਜਾਂਦਾ ਕਿ ਜੇ ਆਪਾਂ ਗੱਲ ਕਰਦੇ ਨਾ ਦੀਪ ਸਿੱਧੂ ਦੀ ਜਾਂ ਲੱਖੇ ਸਿਧਾਣੇ ਦੀ ਜਾਂ ਪੰਜਾਬ ਦੀ ਜਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਅਤੇ ਸਾਡੇ ਨਾਲ ਜਿਹੜਾ ਪਾਸੇ ਦੇ ਜਿਹੜੇ ਦੂਜੀਆਂ ਸਟੇਟਾਂ ਦੇ ਜਿਹੜੇ ਲੋਕ ਜੁੜੇ ਹੋਏ ਆ ਸਾਡੇ ਨਾਲ, ਉਹ ਟੁੱਟ ਜਾਣਗੇ, ਇਸ ਕਰਕੇ ਉਹਨਾਂ ਨਾਲ ਗੱਲ ਨਾ ਕਰੋ। ਸੋ ਮੇਨ ਜਿਹੜਾ ਹੈਗਾ ਕਿ ਮਕਸਦ ਇਹਨਾਂ ਦਾ ਕਿ ਆਪਣੇ ਲੋਕਾਂ ਦੀ ਬਲੀ ਦੇ ਦਿਓ, ਆਪਣੇ ਲੋਕਾਂ ਨੂੰ ਜੇਲ੍ਹਾਂ 'ਚ ਡੱਕ ਦਿਓ,
ਹਨਾ। ਤੇ ਫਿਰ ਪਤਾ ਨਹੀਂ ਸਾਡਾ ਉਹ ਜਿਹੜਾ ਸਾਡਾ ਸਾਰਾ ਕੁਝ ਸਾਡੇ ਨਾਲ ਜਿਹੜਾ ਅਸੀਂ ਉਹਨਾਂ ਦਾ ਸਮਰਥਨ ਲੈ ਲਾਂਗੇ ਤੇ ਫਿਰ ਅਸੀਂ ਪਤਾ ਨਹੀਂ ਕੀ ਖੱਟ ਲਾਂਗੇ। ਪਰ ਪਤਾ ਨਹੀਂ ਤੇ ਇਹ ਗੱਲਾਂ ਕਰਨ ਵਾਲੇ ਲੋਕ ਭੋਲੇ ਆ ਜਾਂ ਮੂਰਖ ਆ ਜਾਂ ਕੀ ਉਹ ਇਹ ਸੋਚਦੇ ਆ ਕਿ ਜਦੋਂ ਇਹ ਗੱਲਾਂ ਕਰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਇਹ ਦੇਸ਼ ਆਜ਼ਾਦ ਹੋਇਆ, ਦੇਸ਼ ਆਜ਼ਾਦ ਹੋਣ ਤੋਂ ਬਾਅਦ 'ਚ ਆਪਣੇ ਉਦੋਂ ਕੁਰਬਾਨੀਆਂ ਵੀ ਕੀਤੀਆਂ। ਉਦੋਂ ਸਾਰੇ ਦੇਸ਼ ਨੂੰ ਪਤਾ ਸੀ, ਉਦੋਂ ਤਾਜ਼ਾ ਮਸਲਾ ਸੀਗਾ, ਸਾਰਿਆਂ ਨੂੰ ਪਤਾ ਸੀਗਾ ਵੀ ਹਾਂ ਸਿੱਖਾਂ ਨੇ ਕੀ ਕੁਰਬਾਨੀਆਂ ਕੀਤੀਆਂ। ਉਦੋਂ ਇਹੀ ਗੱਲਾਂ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਅੱਜ ਆਪਾਂ ਦੇਖ ਦੇਖ ਕੇ ਬੜਾ ਖੁਸ਼ ਹੋ ਰਹੇ ਹਾਂ ਨਾ ਕਿ ਅੱਜ ਰਾਕੇਸ਼ ਟਕੈਤ ਨੇ ਕਹਿਤਾ ਕਿ ਸਿੱਖ तो हमारे भाई है, ਸਿੱਖੋਂ के साथ 84 में बहुत बुरा हुआ, ਦੇਖ ਕੇ ਖੁਸ਼ ਹੋ ਰਹੇ ਹਾਂ। ਉਦੋਂ ਇਹ ਗੱਲਾਂ ਇਹਨਾਂ ਦੇ ਲੀਡਰਾਂ ਨੇ, ਗਾਂਧੀ ਵਰਗਿਆਂ ਨੇ, ਨਹਿਰੂ ਵਰਗਿਆਂ ਨੇ, ਹੋਰ ਬਹੁਤੇ ਲੀਡਰਾਂ ਨੇ ਇਹ ਕਹੀਆਂ ਸੀ ਵੀ ਸਿੱਖ ਤਾਂ ਮਹਾਨ ਕੌਮ ਆ, ਸਿੱਖ ਤਾਂ ਆਪਣਾ ਹੱਕ ਲੈਣਾ ਜਾਣਦੇ, ਆਪਣੇ ਹਥਿਆਰਾਂ ਨਾਲ ਵੀ ਹੱਕ ਲੈ ਲੈਣਗੇ ਜੇ ਅਸੀਂ ਨਹੀਂ ਦੇਵਾਂਗੇ ਤਾਂ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਕਿੱਦਾਂ ਸਿੱਖਾਂ ਨੂੰ ਜਿਹੜਾ ਜਰਾਇਮ ਪੇਸ਼ਾ ਕੌਮ ਦਾ ਜਿਹੜਾ ਫਤਵਾ ਦਿੱਤਾ ਗਿਆ, ਕਿਹੜੇ ਲੀਡਰ ਉਦੋਂ ਬੋਲੇ, ਕਿਹੜੀ ਮੁੜ ਕੇ ਪੰਜਾਬ ਦੇ ਹੱਕ 'ਚ ਉੱਥੋਂ ਲੋਕੀ ਆਣ ਕੇ ਖੜੇ। ਉਸ ਤੋਂ ਬਾਅਦ ਫਿਰ ਆਪਾਂ ਭੁੱਲ ਗਏ, ਫਿਰ ਭੁੱਲ ਕੇ ਉਹਨਾਂ ਲੋਕਾਂ 'ਤੇ ਵਿਸ਼ਵਾਸ ਕਰ ਲਿਆ ਕਿ ਜਿਹੜੇ 84 ਦੇ ਵੇਲੇ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ, ਜਿਨ੍ਹਾਂ ਨੇ ਗਦਾਰੀਆਂ ਕੀਤੀਆਂ। ਉਹਨਾਂ ਲੋਕਾਂ ਨੇ ਸਾਨੂੰ ਆਣ ਕੇ ਕਹਿਤਾ ਕਿ ਹਾਂ ਅਸੀਂ ਹੁਣ ਤੁਹਾਨੂੰ ਇਨਸਾਫ ਦਿਵਾ ਦਾਂਗੇ। ਅਤੇ ਉਹ ਬਾਦਲਾਂ ਨੇ ਆਣ ਕੇ ਸਾਨੂੰ ਕਹਿਤਾ ਕਿ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ, ਜਿਹੜੇ ਪੁਲਿਸ ਵਾਲੇ ਸੀਗੇ, ਜਿਹੜੇ ਮੁੰਡੇ ਜਿਨ੍ਹਾਂ ਨੇ ਮਾਰੇ ਅਸੀਂ ਉਹਨਾਂ ਨੂੰ ਸਜ਼ਾਵਾਂ ਦਿਵਾਵਾਂਗੇ। ਅਸੀਂ ਉਹਨਾਂ 'ਤੇ ਫਿਰ ਵਿਸ਼ਵਾਸ ਕਰ ਲਿਆ, ਉਹਨਾਂ ਨੂੰ ਕੁਰਸੀਆਂ ਵੀ ਦਵਾਤੀਆਂ, ਉਹਨਾਂ ਦੇ ਮਗਰ ਵੀ ਲੱਗ ਗਏ ਅੱਖਾਂ ਬੰਦ ਕਰਕੇ ਕਿ ਕਿਤੇ ਪੰਜਾਬ ਦੀ ਜਿਹੜੀ ਇਹ ਏਕਤਾ ਜਿਹੜੀ ਭੰਗ ਨਾ ਹੋ ਜੇ, ਸ਼ਾਂਤੀ ਨਾ ਭੰਗ ਹੋ ਜੇ। ਉਹਨਾਂ ਨੇ ਕੀ ਕੀਤਾ ਉਹ ਵੀ ਤੁਹਾਡੇ ਸਾਹਮਣੇ ਹੈ। ਔਰ ਅੱਜ ਰਜਿੰਦਰਦੀਪ ਸਿੰਘ ਵਾਲੇ ਵਰਗੇ ਜਿਹੜੇ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕਰਦੇ ਆ ਉੱਥੇ ਲਾਲ ਕਿਲ੍ਹੇ 'ਤੇ ਜਾਣ ਦਾ ਜਾਂ ਉੱਥੇ ਜਾਣ ਦਾ, ਦੀਪ ਸਿੱਧੂ ਵਰਗਿਆਂ ਦਾ, ਲੱਖਾ ਸਿਧਾਣਿਆਂ ਵਰਗਿਆਂ ਦਾ ਉਹ ਵਿਰੋਧ ਕਰਦੇ ਆ। ਔਰ ਉਸ ਬੰਦੇ ਨੂੰ ਉਸ ਕਮੇਟੀ ਦਾ ਚੇਅਰਮੈਨ ਥਾਪਿਆ ਜਾਂਦਾ ਕਿ ਜਿਹੜੀ ਇਹਨਾਂ ਬੰਦਿਆਂ ਦੀ ਕੇਸਾਂ ਦੀ ਪੈਰਵਾਈ ਕਰੂਗੀ। ਕਿੱਡੀ ਹਾਸੋਹੀਣੀ ਗੱਲ ਨਹੀਂ ਕਿ ਇੱਕ ਬੰਦਾ ਜਿਹੜਾ ਖੁਦ ਇੰਨਾ ਵਿਰੋਧੀ ਹੋਵੇ ਕਿ ਉੱਥੇ ਲੋਕੀ ਕਿਉਂ ਗਏ, ਉਹ ਗਦਾਰ ਆ, ਉਹਨਾਂ ਨੂੰ ਗਦਾਰਾਂ ਦੇ ਸਰਟੀਫਿਕੇਟ ਵੰਡਤੇ, ਉਹਨਾਂ ਨੂੰ ਉਸ ਸਾਰਾ ਕੁਝ ਦੱਸਤਾ ਕਿ ਉਹ BJP ਦੇ ਉਹ ਹੈਗੇ ਆ, ਉਹਨਾਂ ਨੇ ਪਿੱਠ 'ਚ ਛੁਰਾ ਮਾਰਿਆ। ਔਰ ਉਹ ਬੰਦਾ ਉਸ ਕਮੇਟੀ ਦਾ ਚੇਅਰਮੈਨ ਹੋਵੇ ਜਿਹੜੀ ਉਹਨਾਂ ਦੀ ਕੇਸਾਂ ਦੀ ਪੈਰਵਾਈ ਕਰ ਰਹੇ ਆ। ਪਰ ਆਪਾਂ ਅੱਖਾਂ ਬੰਦ ਕਰਕੇ ਆਪਾਂ ਸੁਣਨਾ, ਆਪਾਂ ਦੇਖੀ ਜਾਣਾ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਏਕਤਾ ਨਹੀਂ ਟੁੱਟਣੀ ਚਾਹੀਦੀ। ਅੰਦੋਲਨ ਜਿਹੜਾ ਹੈਗਾ ਜੇ ਆਪਾਂ ਉਹਦੇ ਗੱਲ ਕਰਾਂਗੇ ਤਾਂ ਆਪਾਂ ਨੂੰ ਕੋਈ BJP ਦਾ IT ਸੈੱਲ ਦਾ ਕੋਈ ਕਹਿ ਦੂਗਾ, ਆਪਣੀ ਉੱਥੇ ਏਕਤਾ ਭੰਗ ਹੋ ਜੂਗੀ। ਇਸ ਕਰਕੇ ਆਪਾਂ ਗੱਲ ਨਹੀਂ ਕਰਨੀ, ਸਿਰਫ ਅੱਖਾਂ ਬੰਦ ਕਰਕੇ ਬੈਠੇ ਰਹਿਣਾ, ਜੋ ਹੁੰਦਾ ਉਹਨੂੰ ਹੁੰਦੇ ਰਹਿਣ ਦੇਣਾ। ਅਤੇ ਔਰ ਉਸ ਤੋਂ ਬਾਅਦ 'ਚ ਜਿੱਦਾਂ 47 ਤੋਂ ਜਿਹੜੀ ਆਜ਼ਾਦੀ ਦੀਆਂ ਜਿਹੜੀਆਂ ਲਿਸਟਾਂ ਚੱਕ ਕੇ ਅੱਜ ਆਪਾਂ ਤੁਰੇ ਫਿਰਦੇ ਹਨ ਕਿ ਸਾਡੀਆਂ 90% ਕੁਰਬਾਨੀਆਂ ਸੀਗੀਆਂ, ਸਾਡੀਆਂ 93% ਕੁਰਬਾਨੀਆਂ ਸੀਗੀਆਂ। ਅਸੀਂ ਇਹ ਜਿਹੜੇ ਰਾਕੇਸ਼ ਟਕੈਤ ਵਰਗੇ ਜਾਂ ਹੋਰ ਜਿਹੜੇ ਬੰਦੇ ਹੈਗੇ ਜਿਹੜੇ ਗੱਲ ਵੀ ਕਰਦੇ ਆ ਕਿ ਸਿੱਖਾਂ ਦਾ ਬੜਾ ਵੱਡਾ ਯੋਗਦਾਨ ਆ ਇਸ ਆਜ਼ਾਦੀ ਦੇ ਵਿੱਚ, ਪਰ ਦੂਸਰੇ ਬੰਨੇ ਉਹ ਕਹਿੰਦੇ ਆ ਕਿ ਜਿਹੜੇ ਲਾਲ ਕਿਲ੍ਹੇ 'ਤੇ ਚਲੇ ਗਏ ਉਹਨਾਂ 'ਤੇ ਗੋਲੀ ਚੱਲਣੀ ਚਾਹੀਦੀ ਸੀ, ਗੋਲੀ ਕਿਉਂ ਨਹੀਂ ਚੱਲੀ। ਫਿਰ ਇਹ ਲਿਸਟਾਂ ਚੱਕ ਕੇ ਤੁਸੀਂ ਮੁੜ ਕੇ ਅੱਜ ਤੋਂ 5 ਸਾਲ 10 ਸਾਲਾਂ ਬਾਅਦ ਉੱਥੇ ਤੁਰੇ ਫਿਰਿਓ, ਉੱਥੇ ਲੋਕਾਂ ਨੂੰ ਦਿਖਾਉਂਦੇ ਫਿਰਿਓ ਕਿ ਜਿਹੜਾ ਕਿਸਾਨ ਅੰਦੋਲਨ ਚੱਲਿਆ ਸੀ ਉਹ 'ਚ ਸਾਡੀਆਂ ਇੰਨੀਆਂ ਧੀਆਂ ਭੈਣਾਂ ਅੰਦਰ ਚਲੇ ਗਈਆਂ, ਇੰਨੀਆਂ ਦੀ ਬੇਪੱਤੀ ਹੋ ਗਈ, ਇੰਨੇ ਸਾਡੇ ਉੱਥੇ ਗੋਲੀ ਨਾਲ ਸ਼ਹੀਦ ਹੋ ਗਏ, ਇੰਨੇ ਸਾਡੇ ਜੇਲ੍ਹ 'ਚ ਚਲੇ ਗਏ, ਸਾਡੀ ਤਾਂ ਬੜੀ ਵੱਡੀ ਕੁਰਬਾਨੀ ਹੈ। ਪਰ ਕਦਰ ਤੁਹਾਡੀ ਫੇਰ ਵੀ ਨਹੀਂ ਪੈਣੀ। ਜਿੱਦਣ ਪੰਜਾਬ ਦੇ ਨਾਲ ਸਰਕਾਰ ਨੇ ਜਿਹੜਾ ਰਵੱਈਆ ਜਿਹੜਾ ਹੋਣਾ ਹਮੇਸ਼ਾ ਹੀ ਹੁੰਦਾ ਰਿਹਾ, ਚਾਹੇ 1975 ਦੀ ਐਮਰਜੈਂਸੀ ਤੋਂ ਬਾਅਦ ਦੀ ਲਾ ਲਓ, ਚਾਹੇ 84 ਦੇ ਵੇਲੇ ਦੀ ਲਾ ਲਓ, ਚਾਹੇ ਤੁਸੀਂ ਹੁਣ ਦਾ ਜੋ ਪੰਜਾਬ ਦੇ ਹਾਲਾਤ ਆ ਉਹ ਲਾ ਲਓ, ਚਾਹੇ ਤੁਸੀਂ ਇਹ ਕਾਨੂੰਨ ਰੱਦ ਕਰਾ ਲਓ, ਚਾਹੇ ਤੁਸੀਂ ਇਹ ਕਾਨੂੰਨ ਪਾਸ ਹੋ ਜਾਣ, ਪੰਜਾਬ ਦੇ ਨਾਲ ਜਿਹੜਾ ਰਵੱਈਆ ਹੋਣਾ ਉਹ ਸਾਰਿਆਂ ਨੂੰ ਪਤਾ ਕਿ ਸੈਂਟਰ ਸਰਕਾਰ ਨੇ ਕੀ ਕਰਨਾ। ਅਤੇ ਉਦੋਂ ਤੁਸੀਂ ਇਹ ਲਿਸਟਾਂ ਚੱਕ ਕੇ ਫਿਰ ਦੂਜਿਆਂ ਕੋਲੋਂ ਤੁਰੇ ਜਾਇਓ ਵੀ ਹਾਂ ਵੀ ਅਸੀਂ ਤਾਂ ਇਸ ਅੰਦੋਲਨ ਦੇ ਵਿੱਚ ਸਾਰੇ ਇੰਡੀਆ ਦੀਆਂ ਗੱਲਾਂ ਕੀਤੀਆਂ ਸੀਗੀਆਂ, ਸਾਰਿਆਂ ਕਿਸਾਨਾਂ ਦੀ ਗੱਲ ਕੀਤੀ ਸੀ, ਅਸੀਂ ਇੰਨੇ ਲੋਕ ਜੇਲ੍ਹ 'ਚ ਵੀ ਗਏ ਸੀਗੇ ਅਤੇ ਸਾਡੇ ਨਾਲ ਫਿਰ ਇੱਦਾਂ ਹੋ ਰਿਹਾ ਅਤੇ ਤੁਹਾਨੂੰ ਕਿਸੇ ਨੇ ਉੱਥੇ ਪੁੱਛਣਾ ਨਹੀਂ ਗਾ ਵੀ ਹਾਂ ਵੀ ਤੁਸੀਂ ਉਦੋਂ ਕੀ ਕੀਤਾ ਸੀਗਾ। ਵਾਰ-ਵਾਰ ਆਪਾਂ ਦੇਖਦੇ ਹਾਂ ਫਿਰ ਭੁੱਲ ਜਾਂਦੇ ਹਾਂ। ਤੁਸੀਂ ਆਪ ਸੋਚ ਕੇ ਦੇਖੋ ਕਿ ਕੇਜਰੀਵਾਲ ਵਰਗਾ ਬੰਦਾ ਜਿਹਦੀ ਪਾਰਟੀ ਦੇ ਪੈਰ ਆ ਜਿਹੜੇ ਸਿਆਸਤ ਦੇ ਵਿੱਚ ਪੰਜਾਬ ਨੇ ਲਾਏ ਹੋਣ, ਜਿੱਥੋਂ 4 MP ਜਿਹੜੇ ਉੱਥੇ ਜਿਤਾ ਕੇ ਉਹ ਭੇਜੇ ਹੋਣ, ਜਦੋਂ ਸਾਰੇ ਪੂਰੇ ਇੰਡੀਆ ਦੇ ਵਿੱਚ ਜਿਹੜੇ ਉਹਦੇ ਬੰਦੇ ਜਿਹੜੇ ਹਾਰ ਜਾਂਦੇ ਆ, 4 MP ਪੰਜਾਬ 'ਚੋਂ ਜਿੱਤ ਕੇ ਜਾਂਦੇ ਆ, ਜੇ ਉਹ ਬੰਦਾ ਪੰਜਾਬ ਦੀ ਗੱਲ ਨਹੀਂ ਕਰ ਸਕਦਾ, ਜੇ ਉਹ ਬੰਦਾ ਪੰਜਾਬ ਦੇ ਹੱਕ 'ਚ ਨਹੀਂ ਖੜ ਸਕਦਾ, ਔਰ ਉਹਦੀ ਪਾਰਟੀ ਦੇ ਬੰਦੇ ਜਿਹੜੇ ਹੈਗੇ ਆ ਉਹ ਪੰਜਾਬੀ ਨੌਜਵਾਨਾਂ ਦੀ ਗੱਲ ਨਹੀਂ ਕਰ ਸਕਦੇ, ਅਤੇ ਫਿਰ ਤੁਸੀਂ ਉਹ ਜਿਹੜੇ ਬਾਕੀ ਦੇ ਲੋਕ ਜਿਹੜੇ ਹੈਗੇ ਆ, ਰਾਕੇਸ਼ ਟਕੈਤ ਵਰਗੇ ਹੈਗੇ ਆ ਜਾਂ ਹੋਰ ਜਿਹੜੇ ਹੈਗੇ ਆ, ਤੁਸੀਂ ਉਹਨਾਂ ਤੋਂ ਉਮੀਦਾਂ ਲਾ ਕੇ ਬੈਠੇ ਹੋ ਕਿ ਇਹ ਸਾਨੂੰ ਬੜਾ ਵੱਡਾ ਇਨਸਾਫ ਦਿਵਾ ਦੇਣਗੇ।
ਕੀ ਤੁਸੀਂ ਉਹ ਕੇਜਰੀਵਾਲ ਦੇ ਉਹ ਬਿਆਨ ਭੁੱਲ ਗਏ ਕਿ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਂਦੀ ਸੀ ਉਦੋਂ ਕੇਜਰੀਵਾਲ ਦਾ ਕੀ ਸਟੈਂਡ ਸੀਗਾ? ਕੀ ਤੁਸੀਂ ਆਪਣੇ ਇਸੇ ਪੇਜ ਦੇ ਉੱਪਰ ਜਿਹੜੀ ਭਗਵੰਤ ਮਾਨ ਦੀ ਹੁਣ ਦੀ ਜਿਹੜੀ ਵੀਡੀਓ ਤੁਸੀਂ ਨਹੀਂ ਦੇਖੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਤਿਰੰਗੇ ਦਾ ਅਪਮਾਨ ਹੋਇਆ ਉੱਥੇ? ਕਿਹੜੇ ਤਿਰੰਗੇ ਦਾ ਅਪਮਾਨ ਹੋਇਆ? ਫਿਰ ਉਹੀ ਬੀਜੇਪੀ ਦੀ ਉਹੀ ਆਰਐਸਐਸ ਦੀ ਬੋਲੀ ਇਹ ਲੋਕ ਬੋਲ ਰਹੇ ਆ, ਔਰ ਜਿਨ੍ਹਾਂ ਦੇ ਤੁਸੀਂ ਕਹਿੰਦੇ ਆ ਕਿ ਇੱਕ ਨੂੰ ਛੱਡ ਕੇ ਅਸੀਂ ਦੂਜੇ ਦਾ ਪੱਲਾ ਫੜ ਲਿਆ ਤੇ ਹੁਣ ਸਾਨੂੰ ਇਹ ਪਾਰ ਲਾ ਦੇਣਗੇ। ਵਾਰ-ਵਾਰ ਜਿਹੜੀਆਂ ਤੁਹਾਡੀਆਂ ਗੱਲਾਂ ਸਾਰੇ ਤੁਹਾਡੇ ਸਾਹਮਣੇ ਜਿਹੜੀਆਂ ਹੈਗੀਆਂ। ਔਰ ਮੈਂ ਇੱਕ ਵਾਰ ਫਿਰ ਜਿਹੜੇ ਆਪਣੇ ਖਾਸ ਕਰਕੇ ਮੈਂ ਤਾਂ ਬਾਹਰਲੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਵਾਕਿਆ ਹੀ ਚਾਹੁੰਦੇ ਹੋ ਕਿ ਇਸ ਜਿਹੜਾ ਅੰਦੋਲਨ ਜਿਹੜਾ ਹੈਗਾ ਇਹ ਕਿਸੇ ਪਾਸੇ ਲੱਗੇ, ਜਾਂ ਜਿਹੜੀਆਂ ਸਿੱਖਾਂ ਦੇ ਜਿਹੜੇ ਹੈਗੇ ਨੌਜਵਾਨ ਜਿਹੜੇ ਹੈਗੇ ਆ ਆਪਣਾ ਸਾਰਾ ਕੁਝ ਘਰ-ਬਾਰ ਛੱਡ ਕੇ ਪੰਜਾਬੀ ਜਿਹੜੇ ਹੈਗੇ ਆ ਪੰਜਾਬ ਵਾਲੇ ਜਿਹੜੇ ਹੈਗੇ ਆ ਉੱਥੇ ਬੈਠੇ ਹੋਏ ਆ, ਜੇ ਤੁਸੀਂ ਵਾਕਈ ਹੀ ਚਾਹੁੰਦੇ ਹੋ ਕਿ ਇਹ ਜਿਹੜਾ ਅੰਦੋਲਨ ਕਿਸੇ ਬੰਨੇ ਲੱਗੇ ਔਰ ਇਹ ਕੁਝ ਨਾ ਕੁਝ ਉੱਥੋਂ ਉਹ ਪ੍ਰਾਪਤ ਕੀਤਾ ਜਾ ਸਕੇ, ਤੇ ਤੁਹਾਨੂੰ ਇਹਨਾਂ ਲੀਡਰਾਂ ਨੂੰ ਜਵਾਬਦੇਹ ਬਣਾਉਣਾ ਪਊਗਾ, ਇਹਨਾਂ ਨੂੰ ਪੁੱਛਣਾ ਪਊਗਾ, ਇਹਨਾਂ ਨੂੰ ਸਵਾਲ ਪੁੱਛਣੇ ਪੈਣਗੇ, ਇਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਪਊਗਾ ਕਿ ਸਾਨੂੰ ਇਹ ਗੱਲਾਂ ਦਾ ਜਵਾਬ ਦਿਓ। ਜਦੋਂ ਅਸੀਂ ਸਾਡੀ ਸਪੋਰਟ ਕਰਦੇ ਹਾਂ ਇੰਟਰਨੈਸ਼ਨਲ ਲੈਵਲ 'ਤੇ, ਅਸੀਂ ਪ੍ਰੋਟੈਸਟ ਕਰਦੇ ਹਾਂ, ਮੁਜ਼ਾਹਰੇ ਕਰਦੇ ਹਾਂ, ਥਾਂ-ਥਾਂ 'ਤੇ ਆਵਾਜ਼ ਚੱਕਦੇ ਹਾਂ, ਆਪਣੇ UN ਨੂੰ ਈਮੇਲਾਂ ਰਾਹੀਂ ਆਪਾਂ ਈਮੇਲਾਂ ਪਾ ਕੇ ਦੱਸਿਆ, ਆਪਾਂ ਥਾਂ-ਥਾਂ 'ਤੇ ਕੀਤਾ, ਤੇ ਇਹਨਾਂ ਲੀਡਰਾਂ ਨੂੰ ਵੀ ਕਟਹਿਰੇ 'ਚ ਕਰਨ ਦਾ ਫਰਜ਼ ਬਣਦਾ ਕਿ ਇਹਨਾਂ ਲੀਡਰਾਂ ਨੂੰ ਕਟਹਿਰੇ ਖੜਾ ਕਰਕੇ ਇਹਨਾਂ ਨੂੰ ਸਵਾਲ ਪੁੱਛੇ ਜਾਣ। ਜਿਹੜੇ ਇਹਨਾਂ ਦੇ ਦੋਸ਼ ਲੱਗਦੇ ਆ ਉਹਨਾਂ ਦਾ ਵੀ ਜਵਾਬ ਦਿੱਤਾ ਜਾਵੇ, ਔਰ ਜਿਹੜੀਆਂ ਖੁਦ ਵੀਡੀਓ ਦੇ ਵਿੱਚ ਆਪਣੀਆਂ ਕਈਆਂ ਗੱਲਾਂ ਹੈਗੀਆਂ ਇਹਨਾਂ ਦਾ ਵੀ ਇਹਨਾਂ ਤੋਂ ਜਵਾਬ ਜਿਹੜਾ ਮੰਗਿਆ ਜਾਣਾ ਚਾਹੀਦਾ, ਜੇ ਤੁਸੀਂ ਵਾਕਈ ਹੀ ਇਹ ਚਾਹੁੰਦੇ ਹੋ ਕਿ ਜਿਹੜਾ ਕਿਸਾਨ ਅੰਦੋਲਨ ਜਿਹੜਾ ਸਕਸੈਸਫੁਲ ਹੋ ਸਕੇ, ਇਹਦੇ ਵਿੱਚੋਂ ਕੁਝ ਖੱਟਿਆ ਜਾ ਸਕੇ। ਬਾਕੀ ਤਾਂ ਨਾ ਤੁਹਾਨੂੰ ਦੱਸ ਹੀ ਦਿੱਤਾ ਕਿ ਚਾਹੇ ਇਹ ਕਾਨੂੰਨ ਰੱਦ ਵੀ ਹੋ ਜਾਣਗੇ ਤੇ ਪੰਜਾਬ ਨੂੰ ਸਜ਼ਾ ਦੇਣ ਵਾਸਤੇ ਉਹਨਾਂ ਨੇ ਕੋਈ ਨਾ ਕੋਈ ਤਰੀਕਾ ਹੋਰ ਲੱਭ ਲੈਣਾ। ਉਹਨਾਂ ਕੋਲੇ ਹਮੇਸ਼ਾ ਹੀ ਇਹ ਹੁੰਦਾ ਆ, ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਆਜ਼ਾਦੀ ਦੇ ਵੇਲੇ ਜਿਹੜਾ ਸਿੱਖਾਂ ਨੇ ਪੰਜਾਬੀਆਂ ਨੇ ਜਿਹੜਾ ਆਜ਼ਾਦੀ ਯੋਗਦਾਨ ਪਾਇਆ, ਸਾਰਿਆਂ ਨੂੰ ਆਪੋ ਆਪਣੀਆਂ ਸਟੇਟਾਂ ਮਿਲ ਗਈਆਂ, ਪਰ ਜਦੋਂ ਪੰਜਾਬ ਦੀ ਵਾਰੀ ਆਈ, ਪੰਜਾਬੀ ਸੂਬੇ ਦੀ ਗੱਲ ਆਈ, ਤੇ ਉਹਦੇ ਵਿੱਚ ਤੇ ਜਿਹੜੀ ਲੜਾਈ ਲੜਨੀ ਪਈ, ਜਿਹੜੀ ਪੰਜਾਬੀਆਂ ਨੂੰ ਸਿੱਖਾਂ ਨੂੰ ਕੀ ਲੜਾਈ ਲੜਨੀ ਪਈ, ਕਿੰਨੀਆਂ ਜੇਲ੍ਹਾਂ ਜਾਣੇ ਪਏ, ਕਿੰਨੀਆਂ ਗ੍ਰਿਫਤਾਰੀਆਂ ਦਿੱਤੀਆਂ, ਕਿੰਨੇ ਸ਼ਹੀਦ ਹੋਏ, ਉਹ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਪਤਾ। ਸੋ ਬੇਨਤੀ ਇਹੀ ਹੈ ਕਿ ਇਸ ਵੀਡੀਓ ਨੂੰ ਜਿਹੜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਔਰ ਅੱਖਾਂ ਬੰਦ ਕਰਕੇ ਬੀਜੇਪੀ ਦੇ ਜਿੱਦਾਂ ਆਪਾਂ ਭਗਤ ਕਹਿੰਦੇ ਹਾਂ, ਆਪਾਂ ਭਗਤ ਨਾ ਬਣੀਏ। ਆਪਾਂ ਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਆ, ਸੋਚਣ ਦੀ ਸ਼ਕਤੀ ਦਿੱਤੀ ਹੈ ਕਿ ਆਪਾਂ ਸੋਚੀਏ, ਵਿਚਾਰ ਕਰੀਏ, ਔਰ ਜਿਹੜੇ ਇਹ ਤੁਹਾਡੀਆਂ ਗੱਲਾਂ ਸਾਰੀਆਂ ਤੁਹਾਡੇ ਸਾਹਮਣੇ ਆ, ਇਹਨਾਂ ਦੇ ਬਾਰੇ ਇਹਨਾਂ ਲੀਡਰਾਂ ਨੂੰ ਜਿਹੜੇ ਸਵਾਲ ਕੀਤੇ ਜਾਣ, ਉਹਨਾਂ ਨੂੰ ਕਟਹਿਰੇ ਖੜਾ ਕੀਤਾ ਜਾਣ। ਸੋ ਆਪਾਂ ਪ੍ਰੋਗਰਾਮ ਅੱਜ ਦਾ ਜਿਹੜਾ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।